ਸਾਰਿਆਂ ਨੂੰ ਜੈ ਮਸੀਹ ਦੀ। ਪਾਸਟਰ ਜਗਜੀਤ ਸਿੰਘ, ਪਰਮੇਸ਼ਵਰ ਦਾ ਦਾਸ। ਅੱਜ ਅਸੀਂ ਪ੍ਰੇਮ ਦੇ ਬਾਰੇ ਜਾਣਾਂਗੇ। ਜੇ ਪ੍ਰੇਮ ਹੈਗਾ ਹੈ ਲਾਈਫ ਕਿਸ ਤਰ੍ਹਾਂ ਦੀ ਹੋਏਗੀ, ਜੇ ਪ੍ਰੇਮ ਨਹੀਂ ਹੈ ਤਾਂ ਸਾਡੀ ਮਿਹਨਤ ਜਿਹੜੀ ਮਸੀਹ 'ਚ ਹੈ ਉਹ ਵਿਅਰਥ ਹੈ। ਤਾਂ ਅੱਜ ਅਸੀਂ ਉਹਦੇ ਬਾਰੇ ਜਾਣਾਂਗੇ ਕਿ ਪਰਮੇਸ਼ਵਰ ਦਾ ਪ੍ਰੇਮ ਕਿਉਂ ਜ਼ਰੂਰੀ ਹੈ। ਹਾਲੇਲੂਇਆ। ਉਸ ਤੋਂ ਪਹਿਲਾਂ ਆਪਾਂ ਇੱਕ ਮਨ ਹੋ ਜਾਵਾਂਗੇ। ਜਿਸ ਤਰ੍ਹਾਂ ਇਨਸਾਨ ਨੂੰ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਭੋਜਨ ਦੀ ਲੋੜ ਹੈ, ਰੋਟੀ ਖਾਣ ਦੀ ਲੋੜ ਹੈ, ਇਸੇ ਤਰ੍ਹਾਂ ਪਰਮੇਸ਼ਵਰ ਦਾ ਜਿਹੜਾ ਸਾਡੇ ਕੋਲ ਆਤਮਾ ਹੈ ਉਹਨੂੰ ਵਚਨ ਦੀ ਲੋੜ ਹੈ। ਉਹਦਾ ਭੋਜਨ ਕਿਹੜਾ ਹੈ? ਵਚਨ। ਜਿਸ ਤਰ੍ਹਾਂ ਤੁਸੀਂ ਉਹਨੂੰ ਵਚਨ ਦਿੰਦੇ ਹੋ ਤਾਂ ਆਤਮਾ ਕੀ ਹੁੰਦਾ ਹੈ? ਮਜ਼ਬੂਤ ਹੁੰਦਾ ਹੈ। ਫਿਰ ਕੋਈ ਵੀ ਹਾਲਾਤ ਆਉਂਦਾ ਹੈ ਤਾਂ ਉਹ ਜਿਹੜਾ ਆਤਮਾ ਹੈ ਪਰਮੇਸ਼ਵਰ ਦਾ ਸਾਹਮਣਾ ਕਰਦਾ ਉਸ ਹਾਲਾਤ ਦਾ। ਇਸੇ ਲਈ ਬਾਈਬਲ 'ਚ ਲਿਖਿਆ, ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ ਔਰ ਸ਼ੈਤਾਨ ਦਾ ਸਾਹਮਣਾ ਕਰੋ। ਸ਼ੈਤਾਨ ਤੁਹਾਡੇ ਕੋਲੋਂ ਭੱਜ ਜਾਏਗਾ। ਕਦੋਂ ਭੱਜ ਜਾਏਗਾ? ਜਦੋਂ ਤੁਸੀਂ ਪਹਿਲੇ ਹੁਕਮ ਨੂੰ ਫੋਲੋ ਕਰੋਗੇ, ਪ੍ਰੇਮ ਕਰੋਗੇ। ਤੇ ਫਿਰ ਤੁਸੀਂ ਕੀ ਦੇ ਰਹੇ ਹੋ ਖੁਦਾ ਨੂੰ? ਤੁਸੀਂ ਵਚਨ ਉਹਦਾ ਮੰਨ ਰਹੇ ਹੋ, ਉਹਨੂੰ ਭੋਜਨ ਦੇ ਰਹੇ ਹੋ। ਪਰਮੇਸ਼ਵਰ ਦਾ ਆਤਮਾ ਨੂੰ ਕੀ ਕਰ ਰਹੇ? ਤੁਸੀਂ ਮਜ਼ਬੂਤ ਕਰ ਰਹੇ ਹੋ। ਹਾਲੇਲੂਇਆ। ਤੇ ਇਸ ਕਰਕੇ ਅਸੀਂ ਇੱਕ ਮਨ ਹੋ ਜਾਵਾਂਗੇ। ਜੇ ਸਾਡੇ ਆਤਮਾ ਦੀ ਬਿਲਕੁਲ ਤਿਆਰੀ ਨਹੀਂ ਹੈ ਤੇ ਵਚਨ ਕੋਈ ਫਾਇਦਾ ਨਹੀਂ ਹੈ ਸੁਣਦਾ। ਜੇ ਆਤਮਾ ਦੀ ਤਿਆਰੀ ਹੈ ਤਾਂ ਵਚਨ 100 ਗੁਣਾ ਫਲ ਲੈ ਕੇ ਅੱਜ ਦਾ ਵਚਨ ਤੁਹਾਡੀ ਲਾਈਫ ਚੇਂਜ ਕਰੇਗਾ। ਅੱਜ ਦਾ ਵਚਨ ਤੁਹਾਨੂੰ ਬਲੈਸ ਕਰੇਗਾ ਯਿਸੂ ਮਸੀਹ ਦੇ ਨਾਮ ਤੇ। ਅੱਜ ਮੈਂ ਇਸ ਤਰ੍ਹਾਂ ਨਹੀਂ ਬੋਲ ਰਿਹਾ, ਖੁਦਾ ਤੁਹਾਡੇ ਨਾਲ ਗੱਲ ਕਰ ਰਿਹਾ ਮੇਰੇ ਦੁਆਰਾ। ਬਾਈਬਲ 'ਚ ਲਿਖਿਆ ਅਸੀਂ ਵਚਨ ਜਾਣਦੇ, ਬੋਲਣ ਵਾਲੇ ਤੁਸੀਂ ਨਹੀਂ, ਬੋਲਣ ਵਾਲਾ ਪਰਮੇਸ਼ਵਰ ਦਾ ਆਤਮਾ। ਤਾਂ ਅੱਜ ਸਾਨੂੰ ਪਰਮੇਸ਼ਵਰ ਦੇ ਆਤਮਾ ਦੇ ਉੱਪਰ ਵਿਸ਼ਵਾਸ ਕਰਨਾ ਪਏਗਾ, ਕਿਉਂਕਿ ਪਰਮੇਸ਼ਵਰ ਨੇ ਲਿਖਿਆ ਆਪਣੇ ਕਲਾਮ 'ਚ, ਬੋਲਣ ਵਾਲੇ ਤੁਸੀਂ ਨਹੀਂ, ਬੋਲਣ ਵਾਲਾ ਕੌਣ ਹੈ? ਪਰਮੇਸ਼ਵਰ ਦਾ ਆਤਮਾ। ਅੱਜ ਇਹ ਸਾਨੂੰ ਸਮਝਣਾ ਪਏਗਾ। ਉਸ ਤੋਂ ਪਹਿਲਾਂ ਜਿੰਨੇ ਵੀ ਅੱਜ ਮੈਨੂੰ ਦੇਖ ਰਹੇ ਆ YouTube ਤੇ, ਉਹ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸਾਰਿਆਂ ਨੂੰ ਛੂ ਰਿਹਾ। ਉਹਦਾ ਗ੍ਰੇਸ ਤੁਹਾਡੇ ਔਰ ਮੇਰੇ ਵਿੱਚ ਹੈ। ਵਿਸ਼ਵਾਸ ਕਰਨ ਵਾਲੇ ਸ਼ੁੱਧ ਮਨ ਦੇ ਪਰਮੇਸ਼ਵਰ ਨੂੰ ਦੇਖਣਗੇ। ਅੱਜ ਉਹਦਾ ਵਚਨ ਤੁਹਾਨੂੰ ਛੁਡਾਏਗਾ। ਉਸ ਤੋਂ ਪਹਿਲਾਂ ਆਪਾਂ ਸਭ ਇੱਕ ਮਨ ਹੋਵਾਂਗੇ, ਕੁਝ ਸਮਾਂ ਆਰਾਧਨਾ ਕਰਾਂਗੇ। ਉਸ ਤੋਂ ਬਾਅਦ ਵਚਨ
ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਜੋ ਖੁਦਾ ਤੁਹਾਡੇ ਨਾਲ ਗੱਲ ਕਰੇਗਾ ਵਚਨ ਦੁਆਰਾ ਅੱਜ ਤੁਹਾਡੀ ਲਾਈਫ ਬਦਲ ਜਾਏਗੀ। ਹਾਲੇਲੂਇਆ। ਤੇ ਅਸੀਂ ਉਸ ਤੋਂ ਪਹਿਲਾਂ ਸਭ ਜਣੇ ਆਰਾਧਨਾ ਕਰਾਂਗੇ, ਇੱਕ ਮਨ ਹੋ ਜਾਵਾਂਗੇ। ਆਤਮਾ ਸ਼ੂਰ ਹੈ ਤੁਹਾਨੂੰ ਤਾਂ ਠੀਕ ਹੈ। ਅੱਜ ਅਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠੇ ਹਾਂ ਔਰ ਪ੍ਰਭੂ ਦਾ ਗ੍ਰੇਸ ਤੁਹਾਡੇ ਔਰ ਮੇਰੇ ਵਿੱਚ ਹੈ। ਬਾਈਬਲ ਲਿਖਿਆ ਪਰਮੇਸ਼ਵਰ ਦਾ ਅਭਿਸ਼ੇਕ, ਉਹਦਾ ਮਸਾ ਹਰ ਯੁਵਾ ਤੋੜਦਾ ਸ਼ੈਤਾਨ ਦਾ। ਹਾਲੇਲੂਇਆ। ਅੱਜ ਸੱਚਮੁੱਚ ਕੋਈ ਵੀ ਕਿਉਂ ਨਹੀਂ ਅੱਜ ਫਾਟਕ ਸ਼ੈਤਾਨ ਦਾ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਬੰਧਨ ਹੈ, ਕੋਈ ਵੀ ਬਿਮਾਰੀ ਦਾ, ਕਰਜ਼ੇ ਦਾ, ਪਰੇਸ਼ਾਨੀ ਦਾ, ਚਿੰਤਾ ਦਾ, ਟੈਨਸ਼ਨ ਦਾ, ਅੱਜ ਇਸ ਵਚਨ ਦੇ ਦੁਆਰਾ ਨਾਸ਼ ਹੋ ਜਾਏਗਾ। ਅੱਜ ਉਹ ਨਸ਼ਟ ਹੋ ਜਾਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਤਾਂ ਅਸੀਂ ਸਭ ਜਨ ਵਚਨ ਦੇ ਵਿੱਚ ਜਾਵਾਂਗੇ
ਔਰ ਪ੍ਰਭੂ ਦਾ ਧੰਨਵਾਦ ਕਰਾਂਗੇ। ਅੱਜ ਦਾ ਪਹਿਲਾ ਹੁਕਮ ਪਰਮੇਸ਼ਰ ਦਾ ਕੀ ਹੈ? ਪ੍ਰੇਮ। ਅਸੀਂ ਅੱਜ ਜਾਣਾਂਗੇ ਪ੍ਰੇਮ ਬਾਰੇ। ਜੇ ਪ੍ਰੇਮ ਨਹੀਂ ਹੈ ਤੁਹਾਡੇ ਮੇਰੇ ਵਿੱਚ ਜਾਂ ਆਪਣੇ ਭੈਣ ਭਰਾਵਾਂ ਦੇ ਵਿੱਚ, ਤਾਂ ਅਸੀਂ ਵਚਨ ਚੋਂ ਬਾਹਰ ਹੈ। ਜੇ ਪ੍ਰੇਮ ਨਹੀਂ ਹੈ ਤਾਂ ਪਰਮੇਸ਼ਰ ਤੁਹਾਡੇ ਮੇਰੇ ਨਾਲ ਨਹੀਂ ਹੈ। ਅਸੀਂ ਅੱਜ ਇੱਕ ਵਚਨ ਪੜਾਂਗੇ, ਪਹਿਲਾ ਯਹੋਨਾ 4:7। ਇਹਦੇ ਵਿੱਚ ਲਿਖਿਆ, ਹੇ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖੀਏ, ਕਿਉਂ ਜੋ ਪ੍ਰੇਮ ਪਰਮੇਸ਼ਰ ਤੋਂ ਹੈ, ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਰ ਨੂੰ ਜਾਣਦਾ ਹੈ। ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂ ਜੋ ਪ੍ਰੇਮ ਪਰਮੇਸ਼ਰ ਹੈ। ਹਾਲੇਲੂਇਆ। ਅੱਜ ਸਾਨੂੰ ਖੁਦਾ ਦੇ ਕਲਾਮ ਦੇ ਦੁਆਰਾ ਇਹ ਸਿੱਖਣ ਨੂੰ ਮਿਲਿਆ, ਜੇ ਤੁਹਾਡੇ ਔਰ ਮੇਰੇ ਵਿੱਚ ਪ੍ਰੇਮ ਨਹੀਂ ਹੈ ਤਾਂ ਅਸੀਂ ਪਰਮੇਸ਼ਰ ਤੋਂ ਜੰਮੇ ਨਹੀਂ ਹੈ, ਪਰਮੇਸ਼ਰ ਦੀ ਔਲਾਦ ਨਹੀਂ ਹੈ। ਜੇ ਪ੍ਰਭੂ ਯਿਸੂ ਮਸੀਹ ਨੂੰ ਜਾਣ ਚੁੱਕੇ ਹਾਂ, ਜੇ ਤੁਹਾਡੇ ਮੇਰੇ ਵਿੱਚ ਪ੍ਰੇਮ ਨਹੀਂ ਹੈ, ਪਹਿਲਾ ਹੁਕਮ ਹੈ ਪਰਮੇਸ਼ਰ ਦਾ ਪ੍ਰੇਮ। ਜੇ ਸਾਡੇ ਵਿੱਚ ਪ੍ਰੇਮ ਨਹੀਂ ਹੈ ਤਾਂ ਅਸੀਂ ਪਰਮੇਸ਼ਰ ਦੀ ਔਲਾਦ ਨਹੀਂ ਹੈ, ਖੁਦਾ ਦੇ ਕਲਾਮ 'ਚ ਜਾਣਿਆ ਜੀ। ਹਾਲੇਲੂਇਆ। ਅਸੀਂ ਜਿਸ ਤਰ੍ਹਾਂ ਪ੍ਰਭੂ ਦੇ ਕਲਾਮ 'ਚ ਅੱਜ ਜਾਣਿਆ, ਇੱਕ ਦੂਜੇ ਨਾਲ ਅਸੀਂ ਕੀ ਰੱਖਣਾ ਹੈ? ਪ੍ਰੇਮ ਰੱਖਣਾ ਹੈ। ਜੋ ਪ੍ਰੇਮ ਪਰਮੇਸ਼ਰ ਤੋਂ ਹੈ। ਪ੍ਰੇਮ ਕਿਤੋਂ ਆ? ਪਰਮੇਸ਼ਰ ਤੋਂ। ਜੇ ਤੁਹਾਡੇ ਔਰ ਮੇਰੇ ਵਿੱਚ ਪ੍ਰੇਮ ਨਹੀਂ ਹੈ, ਜਾਂ ਸਾਡੇ ਭੈਣ ਭਰਾਵਾਂ ਦੇ ਵਿੱਚ ਪ੍ਰੇਮ ਨਹੀਂ ਹੈ, ਤਾਂ ਅਸੀਂ ਪਰਮੇਸ਼ਰ ਦੀ ਔਲਾਦ ਨਹੀਂ ਹੈ। ਹਾਲੇਲੂਇਆ। ਅੱਜ ਤੁਹਾਨੂੰ ਇਹ ਸਮਝਣਾ ਪਏਗਾ ਕਿ ਪਰਮੇਸ਼ਵਰ ਦਾ ਪਹਿਲਾ ਹੁਕਮ ਪ੍ਰੇਮ ਹੈ। ਉਹ ਪਰਮੇਸ਼ਵਰ ਦਾ ਕਾਨੂੰਨ ਆ, ਨੂੰ ਮੰਨਣਾ ਪਏਗਾ। ਉਹ ਨਿਯਮ ਹੈ ਪਰਮੇਸ਼ਵਰ ਦਾ। ਜੇ ਪਹਿਲਾ ਹੁਕਮ ਸਾਡੇ ਅੰਦਰ ਨਹੀਂ ਹੈ ਤਾਂ ਅਸੀਂ ਜਿਸ ਤਰ੍ਹਾਂ ਮਰਜ਼ੀ ਪ੍ਰਭੂ ਦੀ ਸੇਵਾ ਕਰੀਏ, ਜਿੰਨੇ ਮਰਜ਼ੀ ਵੱਡੇ ਕੰਮ ਕਰੀਏ, ਉਹ ਵਿਅਰਥ ਹੈ। ਬਾਈਬਲ ਦਾ ਵੀ ਅੱਜ ਇਸ ਖੁਦਾ ਦੇ ਕਲਾਮ 'ਚ ਜਾਣਾਂਗੇ। ਭਾਵੇਂ ਕੋਈ ਵੀ ਧਰਮ ਦਾ ਇਨਸਾਨ ਕਿਉਂ ਨਹੀਂ ਹੈ, ਜੇ ਉਹਦੇ ਵਿੱਚ ਪ੍ਰੇਮ ਨਹੀਂ ਹੈ ਤਾਂ ਉਹ ਪਰਮੇਸ਼ਰ ਦੀ ਔਲਾਦ ਨਹੀਂ ਹੈ, ਉਹ ਪਰਮੇਸ਼ਰ ਨੂੰ ਨਹੀਂ ਜਾਣਦਾ। ਅੱਜ ਧਰਮਾਂ ਦੇ ਵਿੱਚ ਵੱਡ ਫੱਟ ਹੋ ਰਹੀ ਹੈ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਸੱਚਾ ਗਿਆਨ ਨਹੀਂ ਹੈ। ਭਾਵੇਂ ਉਹ ਕਿਸੇ ਵੀ ਧਰਮ ਦਾ ਇਨਸਾਨ ਕਿਉਂ ਨਹੀਂ ਹੈ, ਜੇ ਉਹ ਸੱਚੇ ਗਿਆਨ ਨੂੰ ਨਹੀਂ ਜਾਣਦਾ ਤਾਂ ਉਹ ਕੀ ਕਰੇਗਾ? ਇੱਕ ਦੂਸਰੇ ਨਾਲ ਵੈਰ, ਵਿਰੋਧ, ਕ੍ਰੋਧ, ਨਫ਼ਰਤ, ਲੜਾਈ ਝਗੜੇ ਕਰੇਗਾ। ਉਹ ਕਹੇਗਾ ਮੇਰਾ ਧਰਮ ਉੱਚਾ, ਉਹ ਕਹੇਗਾ ਮੇਰਾ ਧਰਮ ਉੱਚਾ ਹੈ। ਸਾਨੂੰ ਇਹ ਸਮਝਣਾ ਪਏਗਾ, ਧਰਮ ਤੋਂ ਰੱਬ ਨੇ ਬਣਾਇਆ ਨਹੀਂ, ਫਿਰ ਕਿਹੜਾ ਧਰਮ ਹੈ? ਕਿਹੜੇ ਧਰਮ ਦੀ ਗੱਲ ਕਰ ਰਹੇ ਆ? ਇਹ ਤਾਂ ਇਨਸਾਨ ਨੇ ਬਣਾਏ ਆ। ਜਿਹੜੇ ਵੀ ਧਰਮ ਚ ਆਏ ਆ, ਸਭ ਅਸੀਂ ਇੱਕ ਹੀ ਪਰਮੇਸ਼ਰ ਦੀ ਔਲਾਦ ਆ। ਇੱਕੋ ਹੀ ਪਿਓ ਆ ਸਾਡਾ, ਉਹ ਤੁਹਾਡਾ, ਮੇਰਾ। ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਸਹਾਈ ਹੈ, ਭਾਵੇਂ ਕੋਈ ਵੀ ਹੈ, ਅਸੀਂ ਸਭ ਕੀ ਹੈ? ਇੱਕੋ ਹੀ ਪਿਓ ਦੀ ਔਲਾਦ ਹੈ। ਸਾਨੂੰ ਸਮਝਣਾ ਪਏਗਾ, ਸਾਨੂੰ ਇਸ ਗਿਆਨ ਨੂੰ ਲੈਣਾ ਪਏਗਾ। ਪਹਿਲਾਂ ਸਾਨੂੰ ਆਪਣੇ ਨੂੰ ਖਾਲੀ ਕਰਨਾ ਪਏਗਾ। ਮੈਂ ਇੱਕ ਵਾਰੀ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਇੱਕ ਗਲਾਸ ਪਾਣੀ ਦਾ, ਮੈਂ ਤੁਹਾਨੂੰ ਸਵਾਲ ਕਰਦਾ ਕਿ ਇਹ ਗਲਾਸ ਪਾਣੀ ਦਾ ਭਰਿਆ ਤੇ ਇਹਦੇ ਉੱਤੇ ਪਾਣੀ ਪਾਵਾਂਗੇ, ਕੀ ਇਸ ਗਲਾਸ ਦੇ ਵਿੱਚ ਪਾਣੀ ਜਾਏਗਾ? ਨਹੀਂ ਜਾਏਗਾ। ਕਿਉਂ? ਕਿਉਂਕਿ ਇੱਕ ਗਲਾਸ ਭਰਿਆ ਹੈ। ਜੇ ਅਸੀਂ ਭਰੇ ਹਾਂ ਗਿਆਨ ਦੇ ਨਾਲ, ਤੇ ਅਸੀਂ ਸੱਚਾ ਗਿਆਨ ਨਹੀਂ ਲੈ ਸਕਦੇ। ਸਾਨੂੰ ਆਪਣੇ ਆਪ ਨੂੰ ਖਾਲੀ ਕਰਨਾ ਪਏਗਾ, ਕਿਉਂਕਿ ਜਦੋਂ ਤੁਸੀਂ ਖਾਲੀ ਕਰੋਗੇ, ਫਿਰ ਜਦੋਂ ਤੁਸੀਂ ਪਾਣੀ ਪਾਓਗੇ, ਉਹ ਪਾਣੀ ਜਾਣਾ ਸ਼ੁਰੂ ਕਰੇਗਾ, ਉਹਦੇ ਵਿੱਚ ਠਹਿਰਨਾ ਸ਼ੁਰੂ ਕਰੇਗਾ। ਇਸੇ ਲਈ ਅੱਜ ਸਾਨੂੰ ਆਪਣੇ ਆਪ ਨੂੰ ਖਾਲੀ ਕਰਨਾ ਪਏਗਾ ਕਿ ਅਸੀਂ ਵੀ ਸੱਚੇ ਗਿਆਨ ਨੂੰ ਜਾਣ ਲਈਏ, ਅਸੀਂ ਵੀ ਉਸ ਪਰਮੇਸ਼ਰ ਨੂੰ ਜਾਣ ਲਈਏ। ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜੇ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਬਣਾਇਆ, ਕਾਹਦੇ ਲਈ ਬਣਾਇਆ? ਕਿਉਂਕਿ ਪਰਮੇਸ਼ਰ ਨੇ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਇਸ ਧਰਤੀ ਤੇ ਭੇਜੂੰਗਾ, ਮੈਂ ਆਪਣੇ ਬੱਚਿਆਂ ਨੂੰ ਬਣਾਉਂਗਾ ਔਰ ਮੇਰੇ ਬੱਚੇ ਮੇਰੀ ਮਹਿਮਾ ਕਰਨਗੇ। ਪਰ ਪਰਮੇਸ਼ਰ ਦਾ ਸੱਚਾ ਗਿਆਨ ਨਾ ਹੋਣ ਕਰਕੇ ਬੱਚਿਆਂ ਨੇ ਇਨਸਾਨ ਦੀ ਮਹਿਮਾ ਕਰਨੀ ਸ਼ੁਰੂ ਕਰ ਦਿੱਤੀ। ਪਰ ਸਾਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਰੱਬ ਕੌਣ ਸੀ, ਅਸੀਂ ਕਿਹੜੇ ਰੱਬ ਨੂੰ ਮੰਨਣਾ ਹੈ, ਕਿਹੜਾ ਗਿਆਨ ਸਾਨੂੰ, ਕਿਹੜਾ ਸੱਚਾ ਗਿਆਨ ਹੈ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਏਗਾ। ਸਾਨੂੰ ਇਹ ਸਮਝਣ ਦੀ ਲੋੜ ਸੀ, ਪਰ ਉਹਨੂੰ ਨਹੀਂ ਸਮਝਿਆ। ਅਸੀਂ ਜਾਨਵਰਾਂ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ, ਮੜੀਆਂ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ, ਧਾਗਿਆਂ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਅਸੀਂ ਇਨਸਾਨ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਪਰ ਅੱਜ ਇਸ ਤਰ੍ਹਾਂ ਬਾਈਬਲ 'ਚ ਲਿਖਿਆ ਹੈ, ਜੇ ਇਨਸਾਨ ਤੇ ਤੁਹਾਡਾ ਭਰੋਸਾ ਹੈ ਤੇ ਤੁਸੀਂ ਸ਼ਰਾਫੀ ਹੋ, ਪਾਪੀ ਹੋ। ਹਾਲੇਲੂਇਆ। ਅੱਜ ਸਾਨੂੰ ਇਹ ਸਮਝਣਾ ਪਏਗਾ, ਜੇ ਸਾਡਾ ਕਿਸੇ ਇਨਸਾਨ ਦੇ ਉੱਪਰ ਭਰੋਸਾ ਹੈ, ਭਾਵੇਂ ਮੈਂ ਕਿਉਂ ਨਹੀਂ ਹੈ। YouTube ਤੇ ਬਹੁਤ ਕਈ ਲੋਕ YouTube ਤੇ ਪ੍ਰਭੂ ਦੇ ਕੰਮ ਦੇਖ ਕੇ ਬੋਲਦੇ ਆ, ਪਾਸਟਰ ਜੀ ਨਾਲ ਗੱਲ ਕਰਾਓ, ਉਹਨਾਂ ਦੁਆਰਾ ਪਰਮੇਸ਼ਰ ਦਾ ਆਤਮਾ ਕੰਮ ਕਰਦਾ ਹੈ, ਸਾਡੀ ਗੱਲ ਉਹਨਾਂ ਨਾਲ ਕਰਾਓ। ਓਪਰੇਟਰ ਨੰਬਰ ਤੇ
नहीं रिसीव करते, क्योंकि उन्होंने किते मन लगाया है पास्टर के ऊपर, इंसान से। वो शराफी है, बाइबल लिखा वो कौन है? शराफी, पापी लोग हैं। अज सानू समझना पेगा, असी जिहड़ा खुदा दा आत्मा काम करदा, प्रभु यीशु मसीह दा नाम काम करदा, ही उहदे उत्ते मन लाउणा है। जिहड़ा इस जगह ते मसा काम करदा, तुसीं प्रेयर टावर नंबर ते विश्वास दे नाल रिसीव करोगे प्रार्थना, तुसीं गवाही नाओगे यीशु मसीह। तुसीं अज सीधा जिन्नियां भी प्रेयर टावर नंबर ते कॉलां जो प्रार्थना जिन्हां ने मन तो रिसीव किया है कि जिहड़ा दास दे उपर मसा उही मसा इन्हां दे बच्चों को ट्रांसफर किया है, और परमेश्वर आत्मा उन्हां द्वारा बड़े बड़े काम करता है। तुसीं चैक कर सकते हो यूट्यूब पर गवाही, पास्टर जगजीत सिंह मिनिस्ट्री तुसीं देख सकते हो। हालेलुया। पास्टर जगजीत सिंह मिनिस्ट्री पेज खोल के तुसीं देख सकते हो प्रभु की महिमा, किस तरह खुदा काम कर रहा है इन्हां दिनां, किस तरह परमेश्वर ब्लैस कर रहा है। इन्हां दिनां च लॉकडाउन दे विच भी लोग हील हो रहे हैं, ब्लैस हो रहे यीशु के नाम दे। अज असीं भावें घरां दे विच बैठे हाँ, पर सानू कोई भी दुनिया की ताकत परमेश्वर तो अलग नहीं कर सकती। जिस तरह बाइबल च लिखिया, कोई बीमारी, कोई लाचारी, कोई दुख, कोई परेशानी खुदा तो सानू दूर नहीं कर सकती। अज सानू समझना पेगा कदों नहीं दूर कर सकती, जे असीं उहदे ਅਸੀਂ ਕਦੀ ਵੀ ਵਚਨ ਚੋਂ ਬਾਹਰ ਨਹੀਂ ਜਾਵਾਂਗੇ। ਵਚਨ ਚੋਂ ਬਾਹਰ ਸਾਡੀ ਲਾਈਫ ਨਹੀਂ ਹੈ। ਜੇ ਪਹਿਲਾ ਹੁਕਮ ਪਰਮੇਸ਼ਰ ਦਾ ਅਸੀਂ ਤੋੜ ਰਹੇ ਹਾਂ ਤਾਂ ਬਾਕੀ ਹੁਕਮਾਂ ਨੂੰ ਕਿੱਦਾਂ ਮੰਨਾਂਗੇ ਅਸੀਂ? ਹਾਲੇਲੂਇਆ। ਪਰਮੇਸ਼ਰ ਦੇ ਕਿੰਨੇ ਹੁਕਮ ਹੈ? 10 ਹੁਕਮ ਹੈ। ਪਹਿਲਾ ਹੁਕਮ ਕਿਹੜਾ ਹੈ? ਪ੍ਰੇਮ। ਹਾਲੇਲੂਇਆ। ਤਾਂ ਅਸੀਂ ਪਹਿਲੇ ਹੁਕਮ ਨੂੰ ਕਦੋਂ ਪੂਰਾ ਕਰਾਂਗੇ? ਜਦੋਂ ਅਸੀਂ ਚੌਕਸੀ, ਆਪਣੇ ਮਨ ਦੀ ਚੌਕਸੀ ਬਣਾ ਕੇ ਖੁਦਾ ਦੇ ਕਲਾਮ ਨੂੰ ਸੁਣਾਂਗੇ, ਉਹਨੂੰ ਪੜਾਂਗੇ, ਪ੍ਰਾਰਥਨਾ 'ਚ ਰਵਾਂਗੇ, ਫਾਸਟਿੰਗ 'ਚ ਰਵਾਂਗੇ, ਰੋਜ਼ੇ ਰੱਖਾਂਗੇ। ਅਸੀਂ ਫਿਰ ਹੀ ਜਦੋਂ ਆਪਣੇ ਸਰੀਰ ਨੂੰ ਆਪਣੇ ਅਧੀਨ ਕਰਾਂਗੇ, ਫਾਸਟਿੰਗ ਰੱਖ ਕੇ ਖੁਦਾ ਦੇ ਵਚਨ ਨੂੰ ਸੁਣਾਂਗੇ, ਉੱਤੇ ਅਮਲ ਕਰਾਂਗੇ, ਫਿਰ ਅਸੀਂ ਕੀ ਕਰ ਸਕਾਂਗੇ? ਫਿਰ ਹੀ ਅਸੀਂ ਪਰਮੇਸ਼ਰ ਦੇ ਵਚਨ ਨੂੰ
ਆਪਣੇ ਅੰਦਰ ਲੈ ਪਾਵਾਂਗੇ, ਫਿਰ ਉਹਦੇ ਉੱਤੇ ਅਮਲ ਕਰਕੇ ਚੱਲ ਪਾਵਾਂਗੇ, ਫਿਰ ਹੀ ਅਸੀਂ ਬਲੈਸ ਹੋ ਪਾਵਾਂਗੇ ਯਿਸੂ ਮਸੀਹ ਦੇ, ਫਿਰ ਹੀ ਅਸੀਂ ਸਵਰਗਾਂ ਦੇ ਭਾਗੀ ਹੋ ਪਾਵਾਂਗੇ। ਅੱਜ ਤੁਹਾਡਾ ਮੇਰਾ ਮਕਸਦ ਹੈ ਸਾਰਿਆਂ ਦਾ ਯਿਸੂ ਮਸੀਹ ਬਾਰੇ ਦੱਸਣਾ ਕਿ ਉਹ ਤੁਹਾਡੇ ਮੇਰੇ ਲਈ ਮਾਰਿਆ ਗਿਆ, ਤੀਸਰੇ ਦਿਨ ਜਿੰਦਾ ਹੋਇਆ, 40 ਦਿਨ ਨੇ ਪ੍ਰਚਾਰ ਕੀਤਾ, 41ਵੇਂ ਦਿਨ ਸਵਰਗਾਂ ਨੂੰ ਉਠਾਇਆ ਗਿਆ। ਉਹ ਅੱਜ ਵੀ ਸਵਰਗਾਂ ਦੇ ਵਿੱਚ ਹੈ, ਜਿਉਂਦਾ, ਇਸ ਲਈ ਉਹ ਸਾਡੀ ਸੁਣਦਾ ਹੈ। ਅਸੀਂ ਜੀ ਉੱਠਣ ਦਾ ਪ੍ਰਚਾਰ ਕਰਨਾ। ਪ੍ਰਭੂ ਯਿਸੂ ਮਸੀਹ ਕਿਹਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤੁਹਾਡੇ ਮੇਰੇ ਲਈ, ਜਿਹੜੇ ਉੱਤੇ ਵਿਸ਼ਵਾਸ ਕਰਨਗੇ ਉਹ ਕੀ ਹੋ ਜਾਣਗੇ, ਜਿਉਂਦੇ ਹੋ ਜਾਣਗੇ। ਹਾਲੇਲੂਇਆ। ਇਸ ਲਈ ਪਹਿਲਾ ਹੁਕਮ ਜਿਹੜਾ ਅਸੀਂ ਕੀ ਆ ਉਹਨੂੰ ਮੰਨਾਂਗੇ ਜੇ ਅਸੀਂ ਜਿਉਂਦੇ ਹੋਣਾ ਚਾਹੁੰਦੇ ਹਾਂ। ਜੇ ਅਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਕੀ ਹੋ ਜਾਂਦੇ ਹਾਂ, ਸਾਡਾ ਨਵਾਂ ਜੀਵਨ ਹੋ ਜਾਂਦਾ, ਅਸੀਂ ਨਵੀਂ ਸ੍ਰਿਸ਼ਟੀ ਹੋ ਜਾਂਦੇ ਹਾਂ। ਪਰ ਉਸ ਤੋਂ ਬਾਅਦ ਸਾਡਾ ਕੀ ਫਰਜ਼ ਹੈ, ਉਹਦਾ ਪਹਿਲਾ ਹੁਕਮ ਪ੍ਰੇਮ। ਤਾਂ ਜਿਸ ਤਰ੍ਹਾਂ ਅਸੀਂ ਪ੍ਰੇਮ ਚ ਜਾਣਾ, ਜੇ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖਦੇ ਹਾਂ ਜੋ ਪਰਮੇਸ਼ਰ ਤੋਂ ਹੈ, ਤੇ ਅਸੀਂ ਪਰਮੇਸ਼ਰ ਤੋਂ ਜੰਮੇ ਹੋਏ ਹਾਂ। ਸਾਡਾ ਜਨਮ ਕਿੱਥੋਂ ਹੋ ਚੁੱਕਾ ਹੈ, ਪਰਮੇਸ਼ਰ ਤੋਂ। ਜੇ ਪਹਿਲਾ ਹੁਕਮ ਮੰਨਦੇ ਪਏ ਤੁਸੀਂ ਪ੍ਰਭੂ ਦੀ ਔਲਾਦ ਬਣ ਚੁੱਕੇ ਹੋ। ਹਾਲੇਲੂਇਆ। ਇਸ ਕਰਕੇ ਅਸੀਂ ਇੱਕ ਵਚਨ ਹੋਰ ਪੜਾਂਗੇ, ਅਸੀਂ ਸਭ ਜਾਣੇ ਪਹਿਲਾ ਕਰੰਥੀਆਂ 13 ਦੀ ਇੱਕ ਵਚਨ ਨੂੰ ਪੜਾਂਗੇ। ਵਿੱਚ ਲਿਖਿਆ, ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਕਰਨ ਵਾਲੇ ਛੈਣਾ ਬਣਿਆ ਹਾਂ। ਹਾਲੇਲੂਇਆ। ਜੇ ਮੇਰੇ ਅੰਦਰ ਪ੍ਰੇਮ ਨਹੀਂ ਆ ਤੇ ਭਾਵੇਂ ਮੈਂ ਸਵਰਗੀ ਦੂਤਾਂ ਦੀਆਂ, ਭਾਵੇਂ ਮੈਂ ਇਨਸਾਨਾਂ ਦੀਆਂ ਬੋਲੀਆਂ ਬੋਲਾਂ, ਤੇ ਮੈਂ ਕੀ ਹੈਗਾ, ਖਾਲੀ ਭਾਂਡਾ, ਛਣ ਕਰਨ ਵਾਲਾ, ਠਣ ਕਰਨ ਵਾਲਾ ਪਿੱਤਲ। ਹਾਲੇਲੂਇਆ। ਅਸੀਂ ਖਾਲੀ ਭਾਂਡੇ ਨਹੀਂ ਬਣਨਾ, ਕਿਉਂਕਿ ਖਾਲੀ ਭਾਂਡੇ ਦੀ ਕੋਈ ਵੀ ਕਦਰ ਨਹੀਂ ਹੈ। ਮੰਨ ਲਓ ਖਾਲੀ ਭਾਂਡਾ, ਸਪੋਜ਼ ਕਰੋ ਖਾਲੀ ਭਾਂਡੇ ਨੂੰ ਕੋਈ ਵੀ ਚੁੱਕ ਕੇ ਇੱਧਰ ਉੱਧਰ, ਬੱਚਾ ਵੀ ਉਹਨੂੰ ਚੁੱਕ ਕੇ ਲੈ ਜਾਏਗਾ। ਖਾਲੀ ਭਾਂਡੇ ਦੀ ਇੰਨੀ ਕੁ ਵੈਲਿਊ ਹੈ, ਇੰਨੀ ਕੁ ਕਦਰ ਹੈ ਉਹਦੀ। ਪਰ ਜੇ ਅਸੀਂ ਉਹ ਭਾਂਡਾ ਭਰਿਆ ਹੋਵੇਗਾ ਤਾਂ ਉਹਨੂੰ ਕੋਈ ਵੀ ਹਿਲਾ ਨਹੀਂ ਪਾਵੇਗਾ। ਜਿਹਨੂੰ ਠੁੱਡ ਵੀ ਮਾਰਨ ਦੀ ਕੋਸ਼ਿਸ਼ ਕਰੇਗਾ ਕੋਈ, ਤਾਂ ਉਹ ਕੀ ਹੋਏਗਾ, ਉਹਦੀ ਸੱਟ ਲੱਗੇਗੀ। ਇਸੇ ਤਰ੍ਹਾਂ ਜਿਹੜੇ ਅੱਜ ਪ੍ਰਭੂ ਨੂੰ ਜਾਣ ਚੁੱਕੇ ਨੇ, ਭਾਵੇਂ ਪ੍ਰਭੂ ਦੇ ਦਾਸ ਨੇ, ਭਾਵੇਂ ਉਹ ਕਲੀਸਿਆ ਵਾ, ਜਿੰਨੇ ਵੀ ਖੁਦਾ ਦੇ ਕਲਾਮ ਨੂੰ ਸੁਣਦੇ ਪਏ ਨੇ, ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ ਤਾਂ ਤੁਸੀਂ ਕੀ ਹੋ, ਖਾਲੀ ਹੋ। ਤੇ ਸ਼ੈਤਾਨ ਜਦੋਂ ਮਰਜ਼ੀ ਆਏਗਾ ਤੁਹਾਨੂੰ ਚੁੱਕੇਗਾ, ਇੱਧਰ ਉੱਧਰ ਲਈ ਫਿਰੇਗਾ, ਕਦੀ ਉਸ ਮਿਨਿਸਟਰੀ 'ਚ, ਕਦੀ ਉੱਧਰ ਕਦੀ ਉੱਧਰ। ਤੁਸੀਂ ਇੱਕ ਗ੍ਰੇਸ ਦੇ, ਇੱਕ ਮਸੇ ਦੇ ਅਧੀਨ ਨਹੀਂ ਰਹਿ ਪਾਓਗੇ। ਤੁਸੀਂ ਜੋ ਖੁਦਾ ਨੇ ਰੱਖਿਆ ਤੁਸੀਂ ਉਹਨੂੰ ਨਹੀਂ ਲੈ ਪਾਓਗੇ। ਭਾਵੇਂ ਉਹ ਤੁਸੀਂ ਚਰਚ ਦੇ ਵਿੱਚ ਜਿੰਨੀ ਮਰਜ਼ੀ ਸੇਵਾ ਕਰੀ ਜਾਓ, ਜੋ ਮਰਜ਼ੀ ਕਰੀ ਜਾਓ, ਤੁਹਾਡੇ ਅੰਦਰ ਪ੍ਰੇਮ ਨਹੀਂ ਹੈਗਾ ਤਾਂ ਉਹਦਾ ਕੋਈ ਵੀ ਫਾਇਦਾ ਨਹੀਂ ਹੈਗਾ। ਇਸ ਲਈ ਸਾਨੂੰ ਸ਼ੈਤਾਨ ਕੀ ਆ, ਉਹ ਬਹੁਤ ਚਲਾਕ ਹੈ। ਬਾਈਬਲ ਲਿਖਿਆ ਉਹਦੀਆਂ ਜੁਗਤੀਆਂ ਤੋਂ ਅਣਜਾਣ ਨਾ ਰਹੋ, ਕਿਉਂਕਿ ਉਹ ਇੰਨਾ ਚਲਾਕ ਹੈ, ਉਹ ਤੁਹਾਨੂੰ ਵਚਨ ਚੋਂ ਬਾਹਰ ਕਰੇਗਾ, ਫਿਰ ਕਰੇਗਾ। ਤੁਸੀਂ ਭਾਵੇਂ ਸੇਵਾ ਕਰੀ ਜਾਓ, ਉਹਨੂੰ ਕੋਈ ਫਰਕ ਨਹੀਂ, ਜਿੰਨੀ ਮਰਜ਼ੀ ਕਰੀ ਜਾਓ, ਉਹਨੂੰ ਪਤਾ ਹੈ ਵਚਨ ਚੋਂ ਬਾਹਰ ਹੈ, ਮੇਰੇ ਅੰਡਰ ਹੈ, ਮੈਂ ਇਹਨੂੰ ਕਵਰ ਕੀਤਾ ਹੋਇਆ, ਮੇਰੇ ਕੋਲ ਹੀ ਹੈ, ਭਾਵੇਂ ਜਿੰਨੀ ਮਰਜ਼ੀ ਸੇਵਾ ਕਰੀ ਜਾਵੇ, ਮੇਰੇ ਕਾਬੂ 'ਚ ਹੈ, ਕੋਈ ਗੱਲ ਨਹੀਂ, ਉਹਨੂੰ ਕੋਈ ਫਰਕ ਨਹੀਂ ਹੈ ਤੁਹਾਡੇ ਤੋਂ। ਪਰ ਜੇ ਤੁਸੀਂ ਵਚਨ 'ਚ ਰਹਿ ਕੇ ਸੇਵਾ ਕਰੋਗੇ ਤਾਂ ਉਹ ਬੜੀਆਂ ਜੁਗਤੀਆਂ ਬਣਾਏਗਾ ਤੁਹਾਨੂੰ ਗਿਰਾਉਣ ਵਾਸਤੇ। ਪਰ ਜੇ ਤੁਸੀਂ ਪ੍ਰੇਮ ਦੇ ਵਿੱਚ ਉਹਦੇ ਪਹਿਲਾ 10 ਹੁਕਮ ਮੰਨਦੇ ਹੋ, ਉਹਦੇ ਫਲਾਂ ਨੂੰ 9 ਫਲ ਤੁਸੀਂ ਆਪਣੇ ਅੰਦਰ ਲੈ ਰਹੇ ਹੋ, ਔਰ ਸੱਚਮੁੱਚ ਜੇ ਤੁਸੀਂ ਉਹਦੇ ਵਚਨ 'ਚ ਰਹਿ ਕੇ ਚੱਲ ਰਹੇ ਹੋ, ਤਾਂ ਉਹਦੀ ਹਰ ਪਲਾਨਿੰਗ, ਸ਼ੈਤਾਨ ਦੀ ਹਰ ਪਲਾਨਿੰਗ ਨਾਸ਼ ਹੋਏਗੀ ਯਿਸੂ ਮਸੀਹ ਦੇ ਨਾਲ। ਹਰ ਹਥਿਆਰ ਨਕੰਮਾ ਹੋ ਜਾਏਗਾ ਤੁਹਾਡੇ ਵਿਰੁੱਧ ਯਿਸੂ ਮਸੀਹ ਦੇ ਨਾਲ। ਖੁਦਾ ਦੇ ਕਲਾਮ 'ਚ ਲਿਖਿਆ, ਸ਼ੈਤਾਨ ਦਾ ਹਰ ਹਥਿਆਰ ਤੁਹਾਡੇ ਵਿਰੁੱਧ ਨਕੰਮਾ ਹੋ ਜਾਏਗਾ। ਅੱਜ ਦੇ ਵਚਨ ਉਧਰੋਂ ਤੁਸੀਂ ਬਲੈਸ ਹੋਵੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਸਾਨੂੰ ਇਹ ਸਮਝਣ ਦੀ ਲੋੜ ਹੈ, ਪ੍ਰਭੂ ਦੇ ਵਚਨ ਨੂੰ ਪ੍ਰੇਮ ਕਰਨ ਦੀ ਲੋੜ ਹੈ, ਲਵ ਕਰਨ ਦੀ ਲੋੜ ਹੈ, ਤੁਹਾਡੀ ਲਾਈਫ ਬਦਲ ਜਾਏਗੀ। ਅਸੀਂ ਅੱਗੇ ਪੜਾਂਗੇ ਵਚਨ ਨੂੰ। ਅੱਗੇ ਲਿਖਿਆ, ਅਤੇ ਭਾਵੇਂ ਮੈਨੂੰ ਅਗੰਮ ਵਾਕ ਬੋਲਣੇ ਆਉਣ, ਅਤੇ ਮੈਂ ਸਾਰਾ ਭੇਦ ਅਤੇ ਸਾਰਾ ਗਿਆਨ, ਅਤੇ ਭਾਵੇਂ ਮੈਂ ਪੂਰੀ ਨੇਚਾ ਰੱਖਦਾ ਹੋਵਾਂ, ਅਜਿਹੀ ਕਿ ਪਹਾੜ ਨੂੰ ਬੋਲਾਂ ਕਿ ਹਟ ਜਾ ਤੂੰ ਹਟ ਜਾਵੇ, ਪਰ ਜੇ ਮੇਰੇ ਵਿੱਚ ਪ੍ਰੇਮ ਨਾ ਰੱਖਾਂ ਤਾਂ ਮੈਂ ਕੁਝ ਵੀ ਨਹੀਂ। ਹਾਲੇਲੂਇਆ। ਅੱਜ ਸਾਨੂੰ ਸਮਝਣਾ ਪਏਗਾ ਕਿ ਭਾਵੇਂ ਮੈਂ ਪਹਾੜ ਨੂੰ ਬੋਲਾਂ ਕਿ ਇਸ ਜਗ੍ਹਾ ਤੋਂ ਉਸ ਜਗ੍ਹਾ ਚਲਾ ਜਾ, ਤੁਸੀਂ ਇਸ ਤਰ੍ਹਾਂ ਦਾ ਤੁਹਾਡੇ ਅੰਦਰ ਵਿਸ਼ਵਾਸ ਹੈ, ਪਰ ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ ਤਾਂ ਉਹਦਾ ਕੋਈ ਵੀ ਲਾਭ ਨਹੀਂ ਹੈ। ਹਾਲੇਲੂਇਆ। ਅੱਗੇ ਵਚਨ ਨੂੰ ਪੜਾਂਗੇ, ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖਵਾਉਣ ਲਈ ਪੁੰਨ ਕਰ ਦਿਆਂ, ਭਾਵੇਂ ਮੈਂ ਆਪਣਾ ਸਰੀਰ ਸਣ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਕੁਝ ਵੀ ਲਾਭ ਨਹੀਂ ਹੈ। ਹਾਲੇਲੂਇਆ। ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ, ਭਾਵੇਂ ਮੈਂ ਆਪਣਾ ਸਾਰਾ ਮਾਲ, ਆਪਣੀ ਸਾਰੀ ਜਾਇਦਾਦ ਵੇਚ ਕੇ ਕੰਗਾਲਾਂ ਨੂੰ ਦੇ ਦਾਂ, ਗਰੀਬਾਂ ਨੂੰ ਦੇ ਦਾਂ, ਪੁੰਨਦਾਨ ਕਰ ਦਾਂ, ਜੇ ਮੇਰੇ ਵਿੱਚ ਪ੍ਰੇਮ ਨਹੀਂ ਹੈ ਤਾਂ ਕੁਝ ਵੀ ਉਹਦਾ ਫਾਇਦਾ ਨਹੀਂ। ਹਾਲੇਲੂਇਆ। ਅੱਜ ਇਹ ਸਮਝਣ ਦੀ ਲੋੜ ਹੈ ਸਾਨੂੰ। ਜਿਸ ਤਰ੍ਹਾਂ ਪਰਮੇਸ਼ਰ ਦੇ ਕਲਾਮ 'ਚ ਲਿਖਿਆ,
कि सच नूं जाण, सच तैनूं आजाद करेगा। अज इस बहुत कड़वा सच है, पहला हुक्म जे साडे अंदर नहीं है तो साडा सब कुछ व्यर्थ है परमेश्वर नाल चलना। प्रभु दा वचन सानूं सिखा रहा है, ਉਹਦੇ वचन के द्वारा ਅਸੀਂ ਸਿੱਖ ਰਹੇ ਹਾਂ। खुद ਦਾ आत्मा ਤੁਹਾਡੇ ਨਾਲ ਗੱਲ ਕਰ ਰਿਹਾ ਹੈ ਕਿ ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ ਇੱਕ ਦੂਸਰੇ ਦੇ ਨਾਲ, ਭੈਣ ਭਰਾ ਨਾਲ, ਬਾਈਬਲ ਲਿਖਿਆ ਦੁਸ਼ਮਣਾਂ ਨੂੰ ਪ੍ਰੇਮ ਕਰੋ। ਇਹਦਾ ਮਤਲਬ ਫਿਰ ਅਸੀਂ ਕੀ ਕਰਾਂਗੇ? ਭਾਵੇਂ ਸਾਨੂੰ ਦੁਸ਼ਮਣ ਕੀ ਕਰ ਰਹੇ ਆ, ਸਾਨੂੰ ਮਹਿਸੂਸ ਹੈ ਕਿ ਸਾਡੇ ਦੁਸ਼ਮਣ ਸਾਡੇ ਤੇ ਵਾਰ ਕਰ ਰਹੇ, ਅਸੀਂ ਫਿਰ ਵੀ ਕੀ ਕਰਾਂਗੇ? ਉਹਨਾਂ ਨਾਲ ਪ੍ਰੇਮ ਕਰਾਂਗੇ, ਉਹਨਾਂ ਦਾ ਭਲਾ ਮੰਗਾਂਗੇ। ਔਰ ਪ੍ਰਭੂ ਕਹਿੰਦਾ ਜੇ ਉਹ ਦੁਸ਼ਮਣ ਤੁਹਾਨੂੰ ਨਹੀਂ ਉਹ ਹਟਦਾ ਤੁਹਾਨੂੰ ਤੰਗ ਕਰਨ ਨੂੰ, ਫਿਰ ਪਰਮੇਸ਼ਰ ਦੇਖੇਗਾ। ਤੁਸੀਂ ਚਿੰਤਾ ਨਹੀਂ ਕਰਨੀ। ਖੁਦਾ ਕਹਿੰਦਾ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਮੈਂ ਬੈਠਾ ਹਾਂ, मैं तेरा प्यो बैठा वा। जे तू अपने दुश्मन नाल वैर कर लिया तो फिर परमेश्वर काम नहीं करेगा। इसलिए असी परमेश्वर नूं काम करन देना अपनी लाइफ च। कोई की कर रहा साडे नाल असी नहीं ध्यान देना, असी प्रभु दे हत्थां च देना, असी माफ करना, असी अगे चलना, अगे वधना है। असी उन्हां चक्करां च नहीं पैना कि जो शैतान चाहुंदा है तुसीं पाओ। ਉਹ ਚਾਹੁੰਦਾ ਹੈ ਤੁਹਾਡੀ ਲਾਈਫ ਨੂੰ ਖਰਾਬ ਕਰਨਾ, ਉਹ ਚਾਹੁੰਦਾ ਹੈ ਕਿ ਤੁਸੀਂ ਡੇਲੀ ਲੜੋ ਘਰਾਂ ਦੇ ਵਿੱਚ, ਉਹ ਚਾਹੁੰਦਾ ਹੈ ਡੇਲੀ ਵਚਨ ਚੋਂ ਬਾਹਰ ਰਹੋ। ਤੁਸੀਂ ਦਿਲ ਜਾਨ ਨਾਲ ਝਾੜੂ ਚਰਚ ਦੇ ਵਿੱਚ ਝਾੜੂ ਦੀ ਸੇਵਾ ਕਰ ਰਹੇ ਹੋ, ਮਿਹਨਤ ਕਰ ਰਹੇ ਹੋ, ਦਰੀਆਂ ਦੀ ਸੇਵਾ ਕਰ ਰਹੇ ਹੋ, ਤੁਸੀਂ ਆਪਣੇ ਦਾਸ ਅਗੂਏ ਦੇ ਨਾਲ ਸੇਵਾ ਕਰ ਰਹੇ ਹੋ ਪਰਮੇਸ਼ਵਰ ਦੇ ਕੰਮਾਂ ਲਈ, ਤੁਸੀਂ ਰਾਤ ਦਿਨ ਮਿਹਨਤ ਕਰਦੇ ਪਏ, ਪਰ ਉਹ ਕੀ ਹੈ? ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ ਤਾਂ ਉਹਦਾ ਕੋਈ ਵੀ ਲਾਭ ਨਹੀਂ। ਅੱਜ ਅਸੀਂ ਸਿੱਖਿਆ, ਭਾਵੇਂ ਅਸੀਂ ਆਪਣਾ ਸਰੀਰ ਸੜਨ ਵਾਸਤੇ ਕਿਉਂ ਨਾ ਦੇ ਦਈਏ, ਭਾਵੇਂ ਸਾਰਾ ਮਾਲ ਧੰਦਾ, ਭਾਵੇਂ ਆਪਣੀ ਜਾਇਦਾਦ ਵੇਚ ਕੇ ਪੁੰਨ ਦਾਨ ਕਿਉਂ ਨਾ ਕਰ ਦਈਏ, ਪਰ ਜੇ ਸਾਡੇ ਵਿੱਚ ਪ੍ਰੇਮ ਨਹੀਂ ਹੈ ਤਾਂ ਉਹਦਾ ਕੋਈ ਵੀ ਲਾਭ ਸਾਨੂੰ ਨਹੀਂ ਹੈ। ਅਸੀਂ ਖੁਦਾ ਦੇ ਕਲਾਮ 'ਚ ਸਿੱਖਿਆ ਕੋਈ ਵੀ ਲਾਭ ਨਹੀਂ ਹੈ। ਅਸੀਂ ਰਾਤ ਦਿਨ ਚਰਚ ਦੇ ਵਿੱਚ ਬੈਠੇ ਰਹੀਏ, ਸੇਵਾ ਕਰਦੇ ਰਹੀਏ, ਪਰ ਜੇ ਤੁਹਾਡੇ ਔਰ ਮੇਰੇ ਵਿੱਚ ਜਾਂ ਸਾਡੇ ਭੈਣ ਭਰਾਵਾਂ ਦੇ ਵਿੱਚ ਪ੍ਰੇਮ ਨਹੀਂ ਹੈ ਤਾਂ ਉਹਦਾ ਕੋਈ ਵੀ ਲਾਭ ਸਾਨੂੰ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ। ਸਾਨੂੰ ਸਮਝਣਾ ਪਏਗਾ ਖੁਦ ਦੇ ਕਲਾਮ, ਇਹ ਪਰਮੇਸ਼ਰ ਦਾ ਦਿਲ ਨੂੰ ਜਾਣਨਾ ਪਏਗਾ। ਅੱਜ ਅਸੀਂ ਪਰਮੇਸ਼ਰ ਦੇ ਕਲਾਮ 'ਚ ਸਿੱਖਿਆ ਹੈ ਅਸੀਂ ਸੰਸਾਰਿਕ ਲੋਕ ਨਹੀਂ ਹੈ। ਬਾਈਬਲ 'ਚ ਲਿਖਿਆ ਸਵਰਗੀ ਲੋਕ ਹੈ। ਭਾਵੇਂ ਅੱਜ ਇਸ ਧਰਤੀ ਤੋਂ ਚਲੇ ਜਾਈਏ, ਜੇ ਅਸੀਂ ਪ੍ਰੇਮ ਦੇ ਵਿੱਚ ਹੈ, ਪਹਿਲੇ ਪ੍ਰਭੂ ਦੇ ਵਾੜੇ ਦੇ ਵਿੱਚ ਹੈ, ਉਹਦੇ ਹੁਕਮ ਹੈ, ਡਰਦੇ ਹਾਂ, ਕੰਬਦੇ ਹਾਂ, ਖੁਦਾ ਦੇ ਕਲਾਮ ਨੂੰ ਪ੍ਰੇਮ ਕਰਦੇ, ਉਹਦੇ ਵਚਨਾਂ ਦੇ ਮੁਤਾਬਕ ਅਸੀਂ ਆਪਣੀ ਲਾਈਫ ਨੂੰ ਲੈ ਕੇ ਜਾ ਰਹੇ ਹਾਂ, ਅਸੀਂ ਪਾਪਾਂ ਤੋਂ ਤੌਬਾ ਕੀਤੀ ਹੈ, ਬੁਰਾਈ ਤੋਂ ਬਾਹਰ ਹੈ, ਨਿੰਦਿਆ ਚੁਗਲੀ ਤੋਂ ਬਾਹਰ ਹੈ, ਮਾੜੀ ਸੋਚ ਤੋਂ ਬਾਹਰ ਹੈ, ਵਿਚਾਰ ਤੋਂ ਬਾਹਰ ਹੈ। ਅਸੀਂ ਪਾਪਾਂ ਨੂੰ ਪਾਪ ਵੇਖ ਕੇ ਉੱਥੋਂ ਭੱਜ ਰਹੇ ਹਾਂ, ਤੌਬਾ ਕੀਤੀ ਹੋਈ ਆ, ਅਸੀਂ ਪਵਿੱਤਰਤਾਈ ਦੇ ਵਿੱਚ ਹਾਂ। ਤੇ ਭਾਵੇਂ ਅਸੀਂ ਇਸ ਦੁਨੀਆ ਤੋਂ ਅੱਜ ਚਲੇ ਜਾਈਏ, ਜਦੋਂ ਮਰਜ਼ੀ ਚਲੇ ਜਾਈਏ, ਜਾਣਾ ਸਾਰਿਆਂ ਨੇ ਉੱਥੇ ਆ, ਜਾਵਾਂਗੇ ਅਸੀਂ ਸਵਰਗਾਂ 'ਚ। ਸਾਨੂੰ ਕੋਈ ਵੀ ਡਰਾਵਾ, ਕੋਈ ਦੁਨੀਆ ਦੀ ਤਾਕਤ ਸਾਨੂੰ ਖੁਦਾ ਤੋਂ ਦੂਰ ਨਹੀਂ ਕਰ ਸਕਦੀ, ਕਿਉਂਕਿ ਅਸੀਂ ਕੌਣ ਲੋਕ ਹਾਂ? ਸਵਰਗੀ ਲੋਕ, ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਜਾਣ ਚੁੱਕੇ ਨੇ। ਪ੍ਰਭੂ ਦਾ ਕਲਾਮ ਬਾਈਬਲ ਦੱਸਦੀ ਹੈ ਉਹ ਸੰਸਾਰਿਕ ਨਹੀਂ ਹੈ। ਅਸੀਂ ਕੌਣ ਹੈ? ਸਵਰਗੀ, ਸਵਰਗਾਂ ਦੇ ਅਧਿਕਾਰੀ ਹੈ। ਮਤਲਬ ਸੰਸਾਰਿਕ ਕਹਿਣ ਵਾਲਾ ਕਿ ਸੰਸਾਰ ਵੀ ਸਾਡਾ ਭੈਣ ਭਰਾ ਹੈ। ਸੰਸਾਰਿਕ ਲੋਕ ਦਾ ਮਤਲਬ ਕਿ ਅਸੀਂ ਜਿਸ ਤਰ੍ਹਾਂ ਸੰਸਾਰ ਕਰਦਾ ਹੈ ਉਸ ਤਰ੍ਹਾਂ ਨਹੀਂ ਕਰਾਂਗੇ। ਸੰਸਾਰ ਵਿੱਚ ਚੰਗੇ ਲੋਕ ਵੀ ਹੈਗੇ ਜਿਹੜੇ ਮਾੜੇ ਕੰਮ ਨਹੀਂ ਕਰਦੇ, ਪਰ ਸੰਸਾਰ ਵਿੱਚ ਬੁਰੇ ਲੋਕ ਵੀ ਹੈਗੇ ਜਿਹੜੇ ਮਾੜੇ ਕੰਮ ਕਰਦੇ, ਇੱਕ ਦੂਜੇ ਨਾਲ ਈਰਖਾ ਕਰਦੇ ਆ, ਵਿਰੋਧ ਕਰਦੇ ਆ, ਇੱਕ ਦੂਜੇ ਦੀ ਬੁਰਾਈ ਕਰਦੇ ਆ, ਮਾੜੀ ਸੋਚ ਨਾਲ ਦੇਖਦੇ ਆ, ਮਾੜੀ ਅੱਖ ਨਾਲ ਦੇਖਦੇ। ਇਹ ਕੰਮ ਅਸੀਂ ਨਹੀਂ ਕਰਾਂਗੇ। ਜਿਹੜੇ ਸੰਸਾਰ ਵਿੱਚ ਚੰਗੇ ਲੋਕ ਹੈਗੇ ਉਹਨਾਂ ਵੱਲ ਦੇਖੋ, ਜਿਸ ਤਰ੍ਹਾਂ ਉਸ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਵੀ ਜਾਣਦੇ ਤਾਂ ਵੀ ਉਹ ਕੀ ਕਰ ਰਹੇ ਨੇ? ਪ੍ਰੇਮ ਰੱਖ ਰਹੇ ਨੇ ਇੱਕ ਦੂਸਰੇ। ਇਹਦਾ ਮਤਲਬ ਉਹਨਾਂ ਦੇ ਅੰਦਰ ਖੁਦਾ ਦੀ ਕਿਰਪਾ, ਉਹਨਾਂ ਦੇ ਉੱਤੇ ਵੀ ਕਿਰਪਾ ਹੋਈ ਹੈ, ਉਹ ਲਾਗੇ ਪਹੁੰਚ ਚੁੱਕੇ ਨੇ। ਉਹ ਸੱਚਮੁੱਚ ਸਭ ਬਚਾਏ ਜਾਣਗੇ। ਜਲਦੀ ਉਹਨਾਂ ਦੇ ਕੋਲ ਪ੍ਰਭੂ ਦਾ ਆਤਮਾ, ਸੱਚਾ ਗਿਆਨ, ਪ੍ਰਭੂ ਯਿਸੂ ਮਸੀਹ ਦੀ ਜਾਣਕਾਰੀ ਉਹਨਾਂ ਕੋਲ ਪਹੁੰਚੇਗੀ। ਸੱਚਮੁੱਚ ਦਿਲੋਂ ਲੈਣਗੇ ਉਸ ਨੂੰ। ਹਾਲੇਲੂਇਆ। ਉਹਨਾਂ ਲੋਕਾਂ ਵੱਲ ਵੇਖ ਕੇ ਅਸੀਂ ਕੀ ਕਰਨਾ ਹੈ? ਅਸੀਂ ਉਹਨਾਂ ਨੂੰ ਵੇਖ ਕੇ ਵੀ ਚੱਲ ਸਕਦੇ ਹਾਂ। ਜੇ ਉਹ ਲੋਕ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ, ਉਹ ਇਸ ਹੱਲੇ ਇਹ ਵਚਨਾਂ ਨੂੰ ਨਹੀਂ ਜਾਣਦੇ, ਤਾਂ ਇਸ ਤਰ੍ਹਾਂ ਚੱਲ ਰਹੇ, ਖੁਦਾ ਦਾ ਡਰ ਰੱਖਦੇ ਆ। ਅਸੀਂ ਸਭ ਕੀ ਹੈ? ਵਚਨਾਂ ਨੂੰ ਜਾਣ ਚੁੱਕੇ ਹਾਂ। ਸਾਨੂੰ ਕਿੰਨਾ ਡਰਨ ਦੀ ਲੋੜ ਹੈ? ਹਾਲੇਲੂਇਆ। ਇਸ ਲਈ ਬਾਈਬਲ ਲਿਖਿਆ ਪੁਰਾਣੀਆਂ ਗੱਲਾਂ, ਜੋ ਪੁਰਾਣੀਆਂ ਗੱਲਾਂ ਉਹਨਾਂ ਨੂੰ ਕੀ ਕਰੋ? ਭੁੱਲ ਜਾਓ। ਅੱਜ ਅਸੀਂ ਕੋਈ ਵੀ ਸਾਡੇ ਜੀਵਨ ਦੇ ਵਿੱਚ ਪੁਰਾਣੀਆਂ ਗੱਲਾਂ ਨੇ, ਜੋ ਪੁਰਾਣਾ ਜੀਵਨ ਉਹ ਸਾਡਾ ਖਤਮ ਹੋ ਚੁੱਕਾ, ਉਹਨੂੰ ਭੁੱਲ ਜਾਓ ਇੱਕ ਦੂਸਰੇ ਨੂੰ। ਭਾਵੇਂ ਉਹ ਕਿੱਡਾ ਵੀ ਤਗੜਾ ਪਾਪੀ ਕਿਉਂ ਨਹੀਂ, ਜੋ ਪ੍ਰਭੂ ਯਿਸੂ ਮਸੀਹ 'ਚ ਆ ਚੁੱਕਾ, ਤਾਂ ਪ੍ਰਭੂ ਨੇ ਕਿਹਾ ਕਿ ਮੈਂ ਤੇਰੇ ਪਾਪ ਕੀ। ਜਦੋਂ ਯਿਸੂ ਮਸੀਹ ਨੂੰ ਅਸੀਂ ਜਾਣਦੇ, ਸਾਡੇ ਪਾਪ ਕੀ ਹੋ ਜਾਂਦੇ ਆ? ਮਾਫ ਹੋ ਜਾਂਦੇ, ਕਿਉਂਕਿ ਤੁਹਾਡੇ ਔਰ ਮੇਰੇ ਪਾਪ ਲੈ ਕੇ ਪ੍ਰਭੂ ਯਿਸੂ ਮਸੀਹ ਸਲੀਬ ਤੇ ਚੜ ਗਿਆ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹਾਂ, ਤੁਹਾਡੇ ਮੇਰੇ ਪਾਪ ਕੀ ਹੈ? ਖਤਮ ਹੈ। ਸਾਰੇ ਪਾਪ ਮਾਫ ਹੋ ਜਾਂਦੇ ਆ। ਇਸ ਕਰਕੇ ਅਸੀਂ ਕਿਸੇ ਦਾ ਵੀ ਪੁਰਾਣੇ ਜੀਵਨ ਨਾਲ ਵੇਖਾਂਗੇ ਤਾਂ ਅਸੀਂ ਪ੍ਰਭੂ ਨਾਲ ਚੱਲ ਨਹੀਂ ਪਾਵਾਂਗੇ, ਕਿਉਂਕਿ ਅਸੀਂ ਵਚਨ ਤੋੜ ਰਹੇ ਹਾਂ, ਅਸੀਂ ਪ੍ਰੇਮ ਦੇ ਵਿੱਚ ਨਹੀਂ ਹਾਂ। ਅੱਜ ਤੁਹਾਨੂੰ ਹੁਣ ਮੈਨੂੰ ਪਹਿਲਾ ਹੁਕਮ ਪਰਮੇਸ਼ਰ ਦਾ ਪ੍ਰੇਮ। ਜੇ ਅਸੀਂ ਪ੍ਰੇਮ ਨਹੀਂ ਹੈ ਤਾਂ ਅਸੀਂ ਜੋ ਮਰਜ਼ੀ ਹਾਂ, ਭਾਵੇਂ ਮਨੁੱਖਾਂ ਦੀਆਂ ਬੋਲੀਆਂ ਬੋਲੀਏ, ਤਾਂ ਕਿ ਖਾਲੀ ਭਾਂਡੇ ਆ, ਛਣ ਛਣ ਕਰਨ ਵਾਲੇ ਛੈਣੇ ਆ।
ਭਾਵੇਂ ਪਹਾੜ ਨੂੰ ਬੋਲੀਏ ਕਿ ਇਸ ਜਗ੍ਹਾ ਤੋਂ ਉੱਧਰ ਹੋ ਜਾ, ਪਰ ਜੇ ਸਾਡੇ ਵਿੱਚ ਪ੍ਰੇਮ ਨਹੀਂ ਹੈ ਤਾਂ ਕੁੱਖ ਵੀ ਫਾਇਦਾ ਨਹੀਂ ਹੈ। ਜਿਵੇਂ ਅਸੀਂ ਆਪਣਾ ਸਾਰਾ ਕਮਾਈ, ਆਪਣਾ ਸਾਰਾ ਕੁਝ ਵੇਚ ਦਈਏ, ਆਪਣਾ ਸਰੀਰ ਸੜਨ ਵਾਸਤੇ ਦੇ ਦਈਏ, ਪਰ ਜੇ ਸਾਡੇ ਅੰਦਰ ਪ੍ਰੇਮ ਨਹੀਂ ਹੈ ਤਾਂ ਕੋਈ ਵੀ ਫਾਇਦਾ ਨਹੀਂ। ਭਾਵੇਂ ਅਸੀਂ ਰਾਤ ਦਿਨ ਸੇਵਾ ਕਰੀਏ ਆਪਣੇ ਦਾਸ ਅਗੂਏ ਨਾਲ, ਭਾਵੇਂ ਚਰਚ 'ਚ ਅਸੀਂ ਝਾੜੂ ਮਾਰੀਏ, ਭਾਵੇਂ ਰਾਤ ਦਿਨ ਪ੍ਰਾਰਥਨਾ 'ਚ ਬੈਠੇ ਰਹੀਏ, ਜੇ ਸਾਡੇ ਵਿੱਚ ਪ੍ਰੇਮ ਨਹੀਂ ਹੈ ਤਾਂ ਉਹਦਾ ਲਾਭ ਨਹੀਂ ਹੈ। ਇਸ ਲਈ ਮੇਰੇ ਬੱਚਿਓ, ਮੇਰੇ ਭੈਣ ਭਰਾਓ, ਪ੍ਰਭੂ ਦਾ ਆਤਮਾ ਤੁਹਾਨੂੰ ਬਹੁਤ ਪ੍ਰੇਮ ਕਰਦਾ ਹੈ। ਅੱਜ ਇਸ ਵਚਨ ਦੁਆਰਾ ਤੁਸੀਂ ਬਲੈਸ ਹੈ ਯਿਸੂ ਮਸੀਹ ਦੇ ਨਾਲ। ਅੱਜ ਦਾ ਵਚਨ ਤੁਹਾਡੀ ਲਾਈਫ 'ਚ 100 ਗੁਣਾ ਫਲ ਲੈ ਕੇ ਆਏ, ਸ਼ੈਤਾਨ ਚੁਰਾ ਨਾ ਸਕੇ। ਅੱਜ ਦਾ ਵਚਨ ਤੁਹਾਨੂੰ ਇਸ ਜੋ ਵੀ ਸ਼ੈਤਾਨ ਦੀ ਯੋਜਨਾ ਹੈ ਤੁਹਾਡੇ ਲਾਈਫ 'ਚੋਂ, ਤੁਹਾਡੀ ਫੈਮਿਲੀ 'ਚੋਂ, ਤੁਹਾਡੇ ਦਿਲ 'ਚੋਂ ਕੈਂਸਲ ਹੋ ਯਿਸੂ ਮਸੀਹ ਦੇ। ਅੱਜ ਤੁਹਾਡੇ ਅੰਦਰ ਪ੍ਰੇਮ ਆਏ ਯਿਸੂ ਮਸੀਹ ਦੇ। ਸਭ ਥੈਂਕਸ ਕਰੋ ਜੀਸਸ ਦਾ। ਬੋਲੋ ਮੇਰੇ ਅੰਦਰ ਪ੍ਰਭੂ ਪ੍ਰੇਮ ਆਏ, ਤੇਰਾ ਪ੍ਰੇਮ ਆਏ। ਬੋਲੋ ਪਰਮੇਸ਼ਰ ਤੇਰਾ ਵਚਨ ਪੂਰਾ ਹੋਵੇ। ਮੈਂ ਤੇਰਾ ਵਚਨ ਪੂਰਾ ਕਰਨ ਲਈ ਰੈਡੀ ਹਾਂ। ਮੈਨੂੰ ਇਸਤੇਮਾਲ ਕਰ ਦਿਓ ਹਵਾ। ਮੇਰੇ ਜਿਹੜੀਆਂ ਕਮੀਆਂ ਮੈਂ ਆਪਣੀਆਂ ਤੇਰੇ ਅੱਗੇ ਰੱਖਦਾ, ਮੈਂ ਤੌਬਾ ਕਰਦਾ, ਇਸ ਕਮੀਆਂ ਨੂੰ ਮੈਂ ਕੈਂਸਲ ਕਰਦਾ ਆਪਣੇ ਜੀਵਨ 'ਚ। ਬੋਲੋ ਥੈਂਕਸ ਕਰੋ ਪਰਮੇਸ਼ਰ ਦਾ। ਪ੍ਰਭੂ ਇਹ ਅੱਜ ਦਾ ਵਚਨ ਮੇਰੇ ਜੀਵਨ 'ਚ 100 ਗੁਣਾ ਫਲ ਲੈ ਕੇ। ਅੱਜ ਮੈਂ ਪ੍ਰਭੂ, ਅੱਜ ਮੇਰਾ ਮਨ ਖੁੱਲ ਚੁੱਕਾ ਤੇਰੀ ਮਹਿਮਾ ਲਈ। ਮੈਂ ਅੱਜ ਤੋਂ ਤੇਰਾ ਉਹ ਪਹਿਲਾ ਹੁਕਮ ਉਹਨੂੰ ਮੈਂ ਪੂਰਾ ਕਰੂੰਗਾ। ਮੈਂ ਪ੍ਰੇਮ ਕਰੂੰਗਾ ਸਾਰਿਆਂ ਨਾਲ ਖੁਦਾ, ਭਾਵੇਂ ਮੇਰਾ ਦੁਸ਼ਮਣ ਵੀ ਕਿਉਂ ਨਾ ਹੋਵੇ, ਉਹਨਾਂ ਵੀ ਪ੍ਰੇਮ ਕਰੂੰਗਾ। ਸਭ ਬੋਲੋ ਇੱਕ ਮਨ ਹੋ ਜਾਓ। ਪਰਮੇਸ਼ਵਰ ਦਾ ਧੰਨਵਾਦ ਕਰੋ, ਥੈਂਕਸ ਕਰੋ ਜੀਸਸ ਦਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅਸੀਂ ਪ੍ਰੇਮ ਤੋਂ, ਅਸੀਂ ਵਚਨ ਚੋਂ ਬਾਹਰ ਨਹੀਂ ਜਾਣਾ। ਜੇ ਵਾੜਾ ਤੋੜਾਂਗੇ ਤਾਂ ਬਾਈਬਲ ਦੱਸਦੀ ਸੱਪ ਡਸੇਗਾ, ਭਾਵੇਂ ਉਹ ਕਿਸੇ ਬਿਮਾਰੀ 'ਚ ਕਿਉਂ ਨਾ ਹੋਵੇ, ਸੱਪ ਡਸੇਗਾ। ਭਾਵੇਂ ਕਰੋਨਾ ਵਾਇਰਸ, ਭਾਵੇਂ ਕੈਂਸਰ, ਭਾਵੇਂ ਏਡਸ, ਕਿਸੇ ਵੀ ਰੂਪ 'ਚ ਹੋਵੇ। ਜੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹਾਂ ਤਾਂ ਇਹ ਸਾਡੀ ਕੀ ਲਾਈਫ ਹੈ। ਪ੍ਰਭੂ ਦਾ ਵਚਨ ਕੀ ਹੈ? ਲਾਈਫ ਹੈ। ਅਸੀਂ ਇਸ ਵਚਨ ਚੋਂ ਬਾਹਰ ਨਹੀਂ ਜਾ ਸਕਦੇ, ਇਸ ਵਾੜੇ ਚੋਂ ਬਾਹਰ ਨਹੀਂ ਜਾ ਸਕਦੇ। ਇਹ ਸਾਡੀ ਕੀ ਹੈ? ਸਾਡੀ ਲਾਈਫ ਹੈ। ਜੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹਾਂ। ਹਾਲੇਲੂਇਆ। ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ ਬੱਚਿਓ। ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ, ਪਰਮੇਸ਼ਰ ਦੇ ਕਲਾਮ ਨੂੰ ਪ੍ਰੇਮ ਕਰਨ ਦੀ ਲੋੜ ਹੈ, ਉਹਦੇ ਹੁਕਮਾਂ ਨੂੰ, ਉਹਦੇ ਨਿਯਮ ਨੂੰ ਮੰਨਣ ਦੀ ਲੋੜ ਹੈ। ਜਿਸ ਤਰ੍ਹਾਂ ਅੱਜ ਲੋਕਡਾਊਨ ਦੇ ਵਿੱਚ ਇੱਕ ਵਚਨ ਪੜਾਂਗੇ। ਦੇਖੋ ਅੱਜ ਅਸੀਂ ਬੜੇ ਲੋਕ ਕਹਿ ਰਹੇ ਆ ਕਿ ਇਹ ਲੋਕਡਾਊਨ ਦੇ ਵਿੱਚ ਸਾਡੇ ਕੋਲ ਆਰਾਧਨਾ ਨਹੀਂ ਹੋ ਰਹੀ, ਸੰਗਤੀ ਨਹੀਂ ਜਾ ਪਾ ਰਹੇ। ਇਹ ਕੀ ਹੈ? ਆਰਾਧਨਾ ਹੋ ਰਹੀ ਹੈ। ਇਹ ਕੀ ਹੈ? ਵਚਨ। ਇਹ ਸਮਝੋ ਤੁਸੀਂ ਸੰਡੇ ਬੈਠੇ ਆ ਪ੍ਰਭੂ ਦੀ ਹਜ਼ੂਰੀ 'ਚ। ਇੱਕ ਮਨ ਹੋ ਜਾਓ, ਆਪਣੇ ਸਾਰੇ ਕੰਮ ਧੰਦਾ ਕਰਕੇ ਇਸ ਤਰ੍ਹਾਂ ਵਚਨ ਨੂੰ ਸੁਣੋ। ਆਪਣੇ ਪਹਿਲਾਂ ਆਰਾਧਨਾ ਵਿੱਚ ਮਨ ਨੂੰ ਖੋਲੋ। ਜਿਸ ਤਰ੍ਹਾਂ ਸਟਾਰਟਿੰਗ ਤੁਸੀਂ ਜਦੋਂ ਵਚਨ ਨੂੰ ਸੁਣੋਗੇ, ਪਹਿਲਾਂ ਉਸ ਤਰ੍ਹਾਂ ਪੂਰਾ ਵਚਨ ਨੂੰ ਸੁਣੋ, ਪਹਿਲਾਂ ਉਸ ਤਰ੍ਹਾਂ ਆਰਾਧਨਾ ਕਰੋ, ਆਪਣੇ ਆਤਮਾ ਦੀ ਤਿਆਰੀ ਕਰੋ, ਫਿਰ ਇਹ ਵਚਨ ਨੂੰ ਸੁਣੋ। ਵਚਨ ਸੁਣਦਿਆਂ ਹੀ ਤੁਹਾਡੀ ਲਾਈਫ ਬਦਲ ਜਾਏਗੀ। ਕਚਰਾ ਬਾਹਰ ਜਾਏਗਾ, ਕਮੀਆਂ ਬਾਹਰ ਜਾਣਗੀਆਂ ਤੁਹਾਡੇ ਅੰਦਰੋਂ। ਤੁਹਾਡੀ ਲਾਈਫ 'ਚੋਂ ਨਸ਼ੇ ਵਾਲਾ ਆਤਮਾ ਜਾਏਗਾ, ਲੜਾਈ ਝਗੜੇ ਜਾਣਗੇ। ਜਿੰਨੇ ਵੀ ਇਸ ਵਚਨ ਨੂੰ ਫੋਲੋ ਕਰਨਗੇ, ਜਦੋਂ ਵੀ ਇਸ ਵਚਨ ਨੂੰ ਸਹਿਮਤ ਹੋ ਜਾਣਗੇ, ਇਹ ਉਹਨਾਂ ਦੀ ਲਾਈਫ ਚੇਂਜ ਹੋ ਜਾਏਗੀ ਯਿਸੂ ਮਸੀਹ ਦੇ ਨਾਮ 'ਚ। ਉਹ ਸੱਚਮੁੱਚ ਖੁਦਾ
ਜਿੰਨੀਆਂ ਵੀ ਹਕੂਮਤਾਂ ਹਨ ਉਹ ਪਰਮੇਸ਼ਵਰ ਦੀਆਂ ਠਹਿਰਾਈਆਂ ਹੋਈਆਂ ਹਨ। ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ਵਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ। ਹਾਲੇਲੂਇਆ। ਅੱਜ ਜਿੰਨੇ ਵੀ ਲੋਕ ਪਰਮੇਸ਼ਵਰ ਦੇ ਠਹਿਰਾਏ ਹੋਏ ਕਾਨੂੰਨ ਮੰਨਦੇ ਪਏ ਨੇ, ਸਰਕਾਰਾਂ ਦੇ ਅਧੀਨ ਹੈ, ਲੋਕਡਾਊਨ ਦੇ ਵਿੱਚ ਵੀ ਹਨਾ ਘਰਾਂ 'ਚ ਬੈਠ ਕੇ ਪ੍ਰਾਰਥਨਾ ਕਰ ਰਹੇ ਆ, ਖੁਦਾ ਨਾਲ ਲਵ ਕਰ ਰਹੇ ਆ। ਬਾਈਬਲ ਦੇਖਿਆ ਤੇ 2-3 ਮਿਲ ਕੇ ਬੈਠੋ ਉੱਥੇ ਮੈਂ ਮੌਜੂਦ ਹਾਂ, ਵਿਸ਼ਵਾਸ ਦੇ ਨਾਲ ਬੈਠ ਰਹੇ ਆ, ਪ੍ਰਭੂ ਤੁਹਾਡੇ ਨਾਲ ਆ, ਤੁਹਾਡੀ ਮਿਹਨਤ, ਤੁਹਾਡਾ ਧਨ ਸਵਰਗਾਂ 'ਚ ਇਕੱਠਾ ਹੋ ਰਿਹਾ ਜੋ ਤੁਸੀਂ ਕਰ ਰਹੇ ਆ। ਤੁਸੀਂ ਫੋਨ ਦੇ ਉੱਪਰ ਜਾਂ ਵਟਸਐਪ ਦੇ ਉੱਪਰ ਪ੍ਰਚਾਰ ਕਰ ਰਹੇ ਹੋ ਇਹਨਾਂ ਦਿਨਾਂ, ਤੁਸੀਂ ਧਰਮ ਤੇ ਰਾਜ ਦੀ ਖੋਜ ਕਰ ਰਹੇ ਹੋ। ਤੁਹਾਡੇ ਪਿੱਛੇ ਹਰ ਚੀਜ਼ ਪੈ ਕੇ ਆਏਗੀ, ਉਹਨੂੰ ਕੋਈ ਨਹੀਂ ਰੋਕ ਸਕਦਾ। ਇਸ ਕਰਕੇ ਤੁਸੀਂ ਵਚਨ ਨੂੰ ਫੋਲੋ ਕਰਨਾ ਹੈ, ਭਾਵੇਂ ਜਿਸ ਵੀ ਹਾਲਾਤ 'ਚ ਹੈ, ਪਰ ਜਿਸ ਤਰ੍ਹਾਂ ਦਾ ਮਰਜ਼ੀ ਹਾਲਾਤ ਹੋਵੇ, ਪਰ ਅਸੀਂ ਖੁਦਾ ਦਾ ਕੰਮ ਕਰ ਸਕਦੇ ਹਾਂ। ਅੱਜ ਇਹ ਖੁਦਾ ਦਾ ਕੰਮ ਹੋ ਰਿਹਾ ਹੈ, ਵਚਨ ਤੁਹਾਡੇ ਕੋਲ ਆ ਰਿਹਾ ਹੈ। ਆਪਣੇ ਮਨ ਦੀ ਚੌਕਸੀ ਬਣਾ ਕੇ ਖੁਦਾ ਦੇ ਕਲਾਮ ਨੂੰ ਸੁਣੋ। ਅਸੀਂ ਬਲੈਸ ਇਨਸਾਨ ਹਾਂ। ਅੱਜ ਜਿੰਨੀਆਂ ਵੀ ਹਕੂਮਤਾਂ ਨੇ ਇਸ ਪਰਮੇਸ਼ਵਰ ਦੇ ਵੱਲੋਂ ਠਹਿਰਾਈਆਂ ਨੇ, ਜੋ ਵੀ ਕਾਨੂੰਨ ਨੇ ਪਰਮੇਸ਼ਵਰ ਦੇ ਬਣਾਏ ਹੋਏ, ਅਸੀਂ ਹੁਣੇ ਇਸ ਵਚਨ ਨੂੰ ਪੜ੍ਹਿਆ। ਅੱਜ ਸਾਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਰਹਿ ਕੇ ਚੱਲਣ ਦੀ ਲੋੜ ਹੈ। ਅੱਜ ਸਾਨੂੰ ਪਰਮੇਸ਼ਵਰ ਦਾ ਜਿਹੜਾ ਹੁਕਮ, ਉਹਦਾ ਨਿਯਮ ਬਣਾਇਆ, ਉਹਨੂੰ ਮੰਨਣ ਦੀ ਲੋੜ ਹੈ। ਜੋ ਵੀ ਸਰਕਾਰਾਂ ਦੇ ਕਾਨੂੰਨ ਆ ਸਾਨੂੰ ਮੰਨਣ ਦੀ ਲੋੜ ਹੈ, ਕਿਉਂਕਿ ਸਾਨੂੰ ਕੌਣ ਕਹਿ ਰਿਹਾ? ਪਰਮੇਸ਼ਵਰ ਕਹਿ ਰਿਹਾ। ਇਸ ਕਰਕੇ ਅਸੀਂ ਕੋਈ ਵੀ ਹੁਕਮ, ਕੋਈ ਕਾਨੂੰਨ, ਭਾਵੇਂ ਟ੍ਰੈਫਿਕ ਦਾ ਹੋਵੇ, ਭਾਵੇਂ ਕਿਸੇ ਦਾ ਹੋਵੇ, ਅਸੀਂ ਨਹੀਂ ਤੋੜ ਸਕਦੇ। ਅਸੀਂ ਝੂਠ ਨਹੀਂ ਬੋਲ ਸਕਦੇ, ਅਸੀਂ ਬੁਰਾਈ ਨਹੀਂ ਕਰ ਸਕਦੇ। ਸਾਨੂੰ ਹਰ ਕਾਨੂੰਨ ਨੂੰ ਮੰਨਣਾ ਪਏਗਾ ਜੋ ਪਰਮੇਸ਼ਵਰ ਨੇ ਬਣਾਇਆ। ਅੱਜ ਅਸੀਂ ਲੋਕਡਾਊਨ ਦੇ ਵਿੱਚ ਘਰਾਂ 'ਚ, ਮੈਂ ਵੀ ਤੁਹਾਨੂੰ ਬਹੁਤ ਮਿਸ ਕਰ ਰਿਹਾ। ਅਸੀਂ ਸਭ ਜਨ ਪਰਮੇਸ਼ਵਰ ਦੇ ਨਾਲ ਬਣੇ ਰਵਾਂਗੇ। ਹਾਲੇਲੂਇਆ। ਤੋ ਖੁਦਾ ਤੁਹਾਨੂੰ ਬਲੈਸ ਕਰੇ। ਅੱਜ ਦਾ ਵਚਨ 100 ਗੁਣਾ ਫਲ ਲੈ ਕੇ ਆਏ, ਸ਼ੈਤਾਨ ਚੁਰਾ ਨਾ ਸਕੇ। ਹਾਲੇਲੂਇਆ। ਤੋ ਅੱਜ ਜੋ ਅਸੀਂ ਵਚਨ ਦੇ ਦੁਆਰਾ ਸਿੱਖਿਆ ਹੈ, ਅਸੀਂ ਇੱਕ ਮਨ ਹੋ ਜਾਵਾਂਗੇ, ਥੈਂਕਸ ਕਰਾਂਗੇ ਕਿ ਅਸੀਂ ਪਰਮੇਸ਼ਵਰ ਦਾ ਪਹਿਲਾ ਹੁਕਮ ਹੈ ਉਹ ਮੰਨਾਂਗੇ। ਜੇ ਪਹਿਲਾ ਹੁਕਮ ਤੁਸੀਂ ਮੰਨ ਰਹੇ ਹੋ, ਪ੍ਰੇਮ, ਜੇ ਤੁਹਾਡੇ ਅੰਦਰ ਪ੍ਰੇਮ ਹੈ ਤਾਂ ਪਰਮੇਸ਼ਵਰ ਤੁਹਾਡੇ ਅੰਦਰ ਹੈ, ਤੁਹਾਡੇ ਨਾਲ ਹੈ। ਫਿਰ ਉਹ ਕਹਿੰਦਾ ਜਿੱਥੇ ਵੀ ਤੂੰ ਹੱਥ ਪਾਊਂਗਾ ਸੋਨਾ ਬਣ ਜਾਏਗਾ, ਜਿੱਧਰ ਵੀ ਤੂੰ ਜਾਊਂਗਾ ਤੂੰ ਬਲੈਸ ਹੋਊਗਾ, ਤੇਰੇ ਹੱਥਾਂ ਦੇ ਕੰਮਾਂ ਤੇ ਮੈਂ ਬਰਕਤ ਦਊਂਗਾ, ਪਰਮੇਸ਼ਵਰ ਕਹਿੰਦਾ। ਅੱਜ ਸਾਨੂੰ ਖੁਦਾ ਦੇ ਕਲਾਮ 'ਚੋਂ ਅਸੀਂ ਕਦੇ ਵੀ ਬਾਹਰ ਨਹੀਂ ਜਾ ਸਕਦੇ। ਵਚਨ ਨੂੰ ਫੋਲੋ ਕਰਾਂਗੇ, ਵਚਨ ਨੂੰ ਪ੍ਰੇਮ ਕਰਾਂਗੇ, ਲਵ ਕਰਾਂਗੇ। ਜਦੋਂ ਨਸ਼ਾ ਕਰੋਗੇ ਪਰਮੇਸ਼ਵਰ ਦੇ ਵਚਨ ਦਾ, ਤਾਂ ਤੁਹਾਨੂੰ ਸੱਚਮੁੱਚ ਤੁਹਾਡੀ ਲਾਈਫ ਬਦਲ ਜਾਏਗੀ। ਇਹ ਨਸ਼ਾ ਇਸ ਤਰ੍ਹਾਂ ਦਾ ਹੈ, ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਖੁਦਾ ਤੋਂ ਦੂਰ ਨਹੀਂ ਕਰ ਸਕਦੀ ਜੇ ਤੁਹਾਡੇ ਅੰਦਰ ਖੁਦਾ ਦਾ ਨਸ਼ਾ ਹੈ, ਉਹਦੇ ਵਚਨ ਦਾ। ਜੇ ਤੁਸੀਂ ਲਵ ਕਰਦੇ ਪ੍ਰਭੂ ਯਿਸੂ ਮਸੀਹ ਨੂੰ, ਉਹਨੇ ਤੁਹਾਡੇ ਮੇਰੇ ਲਈ ਕੁਰਬਾਨੀ ਦਿੱਤੀ, ਮਾਰਿਆ ਗਿਆ, ਤੀਜੇ ਦਿਨ ਜਿੰਦਾ ਆਇਆ। ਕਿੱਡੀ ਵੱਡੀ ਕੁਰਬਾਨੀ, ਪੂਰੇ ਜਗਤ ਲਈ ਮਰਿਆ, ਉਹ ਕਿਸੇ ਧਰਮ ਲਈ ਨਹੀਂ ਮਰਿਆ। ਇਸ ਕਰਕੇ ਯਿਸੂ ਮਸੀਹ ਧਰਮ ਨਹੀਂ ਚੇਂਜ ਕਰਦਾ, ਉਹ ਕੀ ਕਰਦਾ ਹੈ? ਜੀਵਨ ਚੇਂਜ ਕਰਦਾ ਹੈ। ਤਾਂ ਅਸੀਂ ਉਸ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਜਦੋਂ, ਸਾਡੀ ਵੀ ਲਾਈਫ ਚੇਂਜ ਹੋ ਜਾਂਦੀ। ਸਾਡਾ ਪੁਰਾਣਾ ਜੀਵਨ ਖਤਮ ਹੋ ਜਾਂਦਾ, ਸਹੀ ਨਵਾਂ ਜੀਵਨ ਸ਼ੁਰੂ ਹੋ ਜਾਂਦਾ। ਜਿਹੜੇ ਨਵੇਂ ਲੋਕ ਮੈਨੂੰ ਦੇਖ ਰਹੇ ਆ, ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ, ਉਹ ਧਰਮ ਜਾਤ ਨੂੰ ਬਦਲ ਨਹੀਂ ਆਇਆ, ਜੀਵਨ ਚੇਂਜ ਕਰਨਾ ਹੈ। ਜੇ ਅੱਜ ਦਾ ਵਚਨ ਤੁਸੀਂ ਸੁਣਿਆ, ਇਹਦੇ ਬਾਰੇ ਹੋਰ ਵੀ ਤੁਸੀਂ YouTube 'ਤੇ ਲਿੰਕ ਜਿਸ ਤਰ੍ਹਾਂ ਵੀਡੀਓ ਦੇਖ ਸਕਦੇ ਆ। ਔਰ ਪਾਸਟਰ ਜਗਜੀਤ ਸਿੰਘ ਮਿਸਤਰੀ, ਵੱਧ ਤੋਂ ਵੱਧ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰ ਸਕਦੇ ਹੋ ਕਿ ਉਹ ਵੀ ਲੋਕ ਬਚਾਏ ਜਾਣ, ਉਹ ਵੀ ਖੁਦਾ ਦੇ ਕਲਾਮ ਨੂੰ ਜਾਣ ਲੈਣ। ਹਾਲੇਲੂਇਆ। ਤਾਂ ਅਸੀਂ ਸਭ ਜਨ ਪ੍ਰਭੂ ਦਾ ਧੰਨਵਾਦ ਕਰਾਂਗੇ, ਥੈਂਕਸ ਕਰਾਂਗੇ। ਇੱਕ ਵਾਰੀ ਥੈਂਕਸ ਕਰੋ, ਸਭ ਥੈਂਕਸ ਕਰੋ। ਮੈਂ ਤੁਹਾਡੇ ਸਭਨਾਂ ਲਈ ਪ੍ਰਾਰਥਨਾ ਕਰਨ ਜਾ ਰਿਹਾ ਅੱਜ। ਆਮੀਨ। ਤਾਂ ਅਸੀਂ ਸਭ ਜਨ ਇੱਕ ਮਨ ਹੋ ਜਾਵਾਂਗੇ। ਅੱਜ ਦੀ ਪ੍ਰਾਰਥਨਾ ਤੁਹਾਡੀ ਲਾਈਫ ਨੂੰ ਬਦਲੇਗੀ। ਅੱਜ ਜਿਹੜੀ ਪ੍ਰਾਰਥਨਾ ਹੋਏਗੀ, ਅਸੀਂ ਉਸ ਤੋਂ ਪਹਿਲਾਂ ਆਰਾਧਨਾ ਕਰਾਂਗੇ। ਇਹ ਆਰਾਧਨਾ ਨਾਲ ਤੁਹਾਡਾ ਆਤਮਾ ਕੀ ਹੋਏਗਾ? ਤਿਆਰ ਹੋਏਗਾ। ਇਹ ਪ੍ਰਾਰਥਨਾ ਔਨ ਦੀ ਸਪੋਰਟ ਤੁਹਾਡੇ ਜੀਵਨ 'ਚ ਕੰਮ ਕਰੇਗੀ, ਔਨ ਦੀ ਸਪੋਰਟ ਤੁਹਾਡੀ ਲਾਈਫ ਨੂੰ ਚੇਂਜ ਕਰੇਗੀ। ਇਹ ਪ੍ਰਾਰਥਨਾ ਅੱਜ ਉਸ ਗ੍ਰੇਸ ਨੂੰ ਮਸਾ ਤੁਹਾਡੀ ਲਾਈਫ ਦੇ ਹਰ ਉਹ ਬੰਧਨ ਟੁੱਟ ਜਾਣਗੇ। ਅੱਜ ਨਾਸ਼ ਹੋ ਜਾਣਗੇ ਬੰਧਨ, ਅੱਜ ਉਹ ਖਤਮ ਹੋ ਜਾਣਗੇ ਤੁਹਾਡੀ ਲਾਈਫ 'ਚ ਯਿਸੂ ਮਸੀਹ ਦੇ ਵਿੱਚ, ਭਸਮ ਹੋ ਜਾਣਗੇ ਯਿਸੂ ਮਸੀਹ ਦੇ ਵਿੱਚ। ਤਿਆਰੀ ਕਰੋ, ਇੱਕ ਮਨ ਹੋ ਜਾਓ ਮੇਰੇ ਨਾਲ। ਇਸ ਆਰਾਧਨਾ ਤੋਂ ਬਾਅਦ 'ਚ ਪ੍ਰਾਰਥਨਾ ਹੋਏਗੀ, ਇੱਕ ਮਨ ਹੋ ਜਾਓ, ਸਭ ਇੱਕ ਮਨ ਹੋ ਜਾਓ। ਥੈਂਕਸ ਕਰੋ ਜੀ, ਥੈਂਕਸ ਕਰੋ। ਅੱਜ ਦੇ
सब थैंक्स करो सब एक मन हो जाओ मेरे नाल। परमेश्वर का धन्नवाद करो। ਅਸੀਂ सब प्रार्थना ਲਈ ਰੈਡੀ ਹੋ ਜਾਓ। ਜਿੱਥੇ ਵੀ ਕੋਈ ਪ੍ਰੋਬਲਮ ਹੈ ਕਿਸੇ ਦੀ, ਜੇ ਤੁਹਾਡੇ ਕੋਲ ਆਇਲ ਪਿਆ ਹੈ ਕੋਲ ਆਇਲ ਰੱਖੋ, ਜੇ ਵਾਟਰ ਹੈ ਤੁਹਾਡੇ ਕੋਲ, ਜਲ ਹੈ ਉਹ ਕੋਲ ਰੱਖੋ। ਇੱਕ ਮਨ ਹੋ ਜਾਓ, ਸਭ ਇੱਕ ਮਨ ਹੋ ਜਾਓ। ਥੈਂਕਸ ਕਰੋ ਅੱਜ ਦੇ ਵਚਨ ਲਈ, ਅੱਜ ਦੀ ਆਰਾਧਨਾ ਲਈ। ਤੁਸੀਂ ਤਿਆਰ ਹੋ ਚੁੱਕੇ ਹੋ। ਪਰਮੇਸ਼ਰ ਦਾ ਆਤਮਾ ਤੁਹਾਡੇ ਮੇਰੇ ਵਿੱਚ ਹੈ। ਵਿਸ਼ਵਾਸ ਕਰਨ ਵਾਲੇ ਹੁਣੇ ਹੀਲਿੰਗ ਪਾਉਣਗੇ ਯਿਸੂ ਮਸੀਹ। ਵਿਸ਼ਵਾਸ ਕਰੋ, ਪ੍ਰਭੂ ਯਿਸੂ ਮਸੀਹ ਤੇ ਇੱਕ ਮਨ ਹੋ ਜਾਓ। ਵਿਸ਼ਵਾਸ ਨੂੰ ਤੇਜ਼ ਕਰੋ, ਆਪਣੀ ਇੱਕ ਮਨ ਹੋ ਜਾਓ। ਅੱਖਾਂ ਨੂੰ ਬੰਦ ਕਰੋ, ਜਿੱਥੇ ਕੋਈ ਪ੍ਰੋਬਲਮ ਉੱਥੇ ਹੱਥ ਰੱਖੋ। ਆਪਣਾ ਆਇਲ ਹੱਥਾਂ 'ਚ ਲੈ ਲਓ, ਜਲ, ਜਿੱਥੇ ਕੋਈ ਪ੍ਰੋਬਲਮ ਹੈ ਆਪਣਾ ਹੱਥ ਰੱਖੋ। ਪਰਮੇਸ਼ਰ ਦਾ ਆਤਮਾ ਛੂ ਹੈ। ਇੱਕ ਮਨ ਹੋ ਜਾਓ, ਸਭ ਇੱਕ ਮਨ ਹੋ ਜਾਓ। ਥੈਂਕਸ ਕਰੋ ਯਿਸੂ ਮਸੀਹ ਦਾ। ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਖੁਦਾ, ਇਹ ਪਰਿਵਾਰਾਂ ਨੂੰ, ਇਹ ਘਰਾਂ ਨੂੰ ਮੈਂ ਤੇਰੀ ਹਜ਼ੂਰੀ 'ਚ ਲੈ ਕੇ ਆਉਣਾ। ਯਹੋਵਾ, ਜਿਨ੍ਹਾਂ ਨੇ ਪ੍ਰਭੂ ਅੱਜ ਵਚਨ ਸੁਣਿਆ, ਉਹਨਾਂ ਦੇ ਮਨ, ਉਹਨਾਂ ਦਾ ਆਤਮਾ ਅੱਜ ਦੀ ਆਰਾਧਨਾ ਦੁਆਰਾ ਰੈਡੀ ਹੋ ਚੁੱਕਿਆ। ਖੁਦਾ ਮੈਂ ਬਲੈਸ ਕਰਦਾ ਪਰਿਵਾਰ ਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ। ਖੁਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੱਥੇ ਵੀ ਹੱਥ ਰੱਖੇ ਨੇ, ਵਿਸ਼ਵਾਸ ਕਰ ਰਹੇ ਨੇ ਪ੍ਰਭੂ ਇਹ ਤੇਰਾ ਹੱਥ ਹੈ। ਸਭ ਵਿਸ਼ਵਾਸ ਕਰੋ ਪ੍ਰਭੂ ਯਿਸੂ ਮਸੀਹ ਤੇਰਾ ਹੱਥ ਹੈ, ਤੇਰੀ ਆਵਾਜ਼ ਹੈ। ਇੱਕ ਮਨ ਹੋ ਜਾ। ਲਿਬਾ ਹਮਲਿਸਤੁਲ ਹੁਕਲ ਬਿਸ਼ਲ ਹਮਦੀ ਕੋਲਮਿੰਦਰ ਹੋ ਬਰੀ ਹੰਗਦਰੀ ਕੋਲਾ ਬਾਉਤੀ ਕੋਲ ਬਿਸ਼ਲ ਬਤਲ ਹੋਰ ਮਸਤਕਲ ਮਿੰਦਰ ਹੋ ਬਿਸ਼ਾ ਕਤਰੀਆ और रब सलम बतल कर हो और मंदरी हमर को और सकतर बबर हल हिंद्र वसुकति कल वहितले कल वैशल बतरा। पितरात्मा कार्य करे, तेरा मसा अभिषेक एक ਨੂੰ ਛੂਵੇ। स्वर्गीय दूतां ਨੂੰ मैं आज्ञा देना एक ਨੂੰ टच ਕਰਨ। पितरात्मा कार्य करे। सौलियां गिल्टियां ऑन दी स्पॉट गैप हो जाਣ प्रभु यीशु मसीह ਦੇ ਨਾਮ ਦੇ ਵਿੱਚ। ਚੰਗੇ ਹੋ ਜਾਓ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹੀਲ ਹੋ ਜਾਓ ਪ੍ਰਭੂ ਯਿਸੂ ਮਸੀਹ ਦੇ ਨਾਮ। ਸ਼ੂਗਰ ਵਾਲਾ ਆਤਮਾ, ਕਮਜ਼ੋਰੀ ਵਾਲਾ ਆਤਮਾ, थायराइड, कब्ज, बवासीर ऑन दी स्पॉट हर रोगी हील हो जाए यीशु मसीह के नाम में। इन द नेम ऑफ जीसस क्राइस्ट हील हो जाए यीशु मसीह के नाम। कैंसर के रोगी पिता, एड्स के रोगी ऑन दी स्पॉट हील हो जाए। जिन्ने भी लोग मैंने देख रहे हैं कोरोना वायरस के पेशेंट, वो सब अपनी बॉडियां ते हथ रखन। पितरात्मा कार्य कर रहा है। कोरोना वायरस इन्हां बॉडियां नूं शट टच फ्री इन द नेम ऑफ आउट इन द नेम ऑफ जीसस क्राइस्ट यीशु मसीह के नाम हील हो जाए। प्रभु यीशु मसीह समर्थी नाम दे विच हील हो जाए यीशु मसीह ने। ना बॉडियां च कोरोना वायरस चाहे यीशु मसीह ने। हर बंधन शैतानी टुट जाने ने लाइफ यीशु मसीह। नशे दी नाड़ां कट्टियां जाण यीशु मसीह ने। तुहाडी लाइफ चो, तुहाडी फैमिली चो नशा जा रहा यीशु मसीह ने। लड़ाई झगड़े वाला आत्मा जाए। अज दा वचन जिन्हां ने सुनिया 100 गुणा फल यीशु मसीह दे नाम। मैं प्रार्थना करदा खुदा दा दास होने दे नाते पूरे देश, पूरे नगर ली, जिन्ने भी डॉक्टर वा, जिन्ने भी मुलाजम है, जिन्ने भी प्रभु तेरे लोग प्रभु चुने हुए खुदा, सबनों तेरे लहू च कवर करदा जावा। सबनां लई मैं प्रार्थना करदा कोरोना वायरस दा कहर टल जाए खुदा। सचमुच प्रभु तेरा राज आवे। जिस तरह तेरा राज स्वर्ग धरती ते, तेरा नाम पाक मन्निया जाए खुदा। दया करे परिवारां दे खुदा। सच पूरे देशां दे विच शांति दा माहौल आवे खुदा। असीं प्रार्थना करदे मिल के शांति दा माहौल आवे जावा। पूरे देश बचाए जाण। मैं तेरे ब्लड च, तेरे लहू च कवर कर देना। एक करू नूं, एक देश नूं खुदा संभाल के रखा यीशु दे नाम। डेविल दी प्लानिंग कैंसिल आ। हर वो शैतान दा हथियार नकम्मा हो चुका। फैमिली के विरुद्ध, कलीसिया के विरुद्ध, जिन्ने भी लोग मैंने देख रहे हैं यूट्यूब ते, सब हील हो चुके हैं। स्क्रीन वाला अपना हाथ एक वधाओ। प्रभु दा आत्मा छू रहा। जिथे तुसीं अपनी बॉडी ते हाथ रखे हील हो चुके हो। जिन्हां दे रीढ़ दी हड्डी दी प्रॉब्लम है, जोड़ां दी प्रॉब्लम है, जिन्हां दी गोड्यां दी प्रॉब्लम है, हील हो जा प्रभु यीशु मसीह दे नाम। हील हो जाओ, चंगे हो जाओ प्रभु यीशु मसीह दे नाम दे विच हील हो जाओ। जिन्हां दी ब्रेन ट्यूमर है, सिर दी दर्द है, पुरानी तो पुरानियां दर्दां सिर तो लैके पैरां तक, हील हो जाओ यीशु मसीह दे नाम। चंगे हो जाओ प्रभु यीशु मसीह दे नाम दे विच। ऑन दी स्पॉट स्वर्गीय दी जान शूण पितरात्मा कार्य करे। जिन्हां दी कुख बंद है, प्रभु दा आत्मा खोल रहा, उन्हां दी कुख खुल रही है यीशु ने। जिन्हां दी पेट दी प्रॉब्लम है, कुख बंद खुल जा यीशु दे नाम। मैं बच्चे दी दाना ब्लैस करदा प्रभु यीशु मसीह दे नाम। जिन्हां घर च नशा जा रहा यीशु मसीह दे नाम। कर्जा जा रहा यीशु मसीह दे नाम। फालतू खर्चे तुहाडे बंद हो रहे यीशु मसीह दे नाम। हर सिर तो लैके पैरां तक हर रोगी हील हो जाए। जिहड़ी बीमारी दा नाम नहीं लिया मैं, वो भी हील हो जाण प्रभु यीशु मसीह दे नाम दे विच। चंगे हो जा प्रभु यीशु मसीह दे नाम दे विच। इन द नेम ऑफ जीसस क्राइस्ट हील जा। मैं प्रार्थना करदा तेरा दास होने नाल खुदा, तेरा आत्मा वड्डी रीति नाल काम कर रहा यीशु मसीह। सौलियां बाहर आ रही हैं, गिल्टियां गैप हो रही यीशु दे नाम दे। गिल्टियां गैप, गुप्त प्रॉब्लम जारी यीशु मसीह दे नाम दे। जिन्हां नूं गुप्त प्रॉब्लम है प्रभु दा आत्मा शूर्य हील कर रहा है यीशु मसीह दे नाम। सचमुच पिता, जिन्ने भी रोगी है प्रभु, सचमुच प्रभु, जिन्हां थायराइड है, जिन्हां बवासीर है, कब्ज है पिता, ऑन दी स्पॉट हील हो जाए यीशु दे नाम दे विच। चंगे हो जाए प्रभु यीशु मसीह दे नाम। ऑन दी स्पॉट पुत्र आत्मा कार्य करे। ऑन दी स्पॉट हील हो जाए यीशु दे नाम। मन खुल जाए प्रार्थना दी। अजा वचन जो सुने 100 गुना फल आए, शैतान चढ़ा ना सके इन्हां दे कोल। मैं ब्लैस करदा इन्हां परिवारां नूं, इन्हां घरां नूं ब्लैस करदा, इन्हां साधन, मोटरसाइकिल, गड्डियां नूं
माल डंगल फसलबाड़ी मैं तेरे लहू च छपा देना यहोवा। इन्हां दे घर च जिहड़ियां रसोईयां जो भी खाना पीना शुद्ध हो जाए पिता, वो सचमुच भोजन शुद्ध हो जाए पिता, वो वाधा फुलदा जाए भोजन, सचमुच बरकत आए उहदे विच यीशु मसीह के नाम दे विच। मैं ब्लैस करदा है परिवार नूं। थैंक्स करो तुहानूं प्रभु दा आत्मा छू रिहा, तुसीं हील हो रहे हो जिन्हां दी वक्खी दी प्रॉब्लम जा रही है, जोड़ां दी प्रॉब्लम जा रही है, जिन्हां दी अखां दी प्रॉब्लम जा रही है, ना पंजा यीशु मसीह दे नाम, गूंगा पंजा यीशु मसीह दे नाम, बहरा पंजा यीशु मसीह दे नाम, ऑन दी स्पॉट हील हो जाए यीशु मसीह दे नाम दे विच। जिन्ने भी पिता दिमागी पेशेंट है वो हील हो रहे हैं यीशु मसीह दे। पिता आत्मा कार्य कर रहा है, जिन्हें दे भी पिता लंगड़े चल रहे यीशु मसीह, लंगड़े ऑन दी स्पॉट अपनी जगह तो उठन खड़े होने यीशु मसीह दे। पिता आत्मा कार्य कर, रिसीव करो, एक मन हो जाओ, विश्वास करो। प्रभु दा आत्मा शूर है, जेडे लंगड़े हो हील हो रहे हैं यीशु मसीह दे, लंगड़े चल रहे हैं यीशु मसीह दे। खुदा मैं तेरा दास होने ने, जिन्हां दी इत्थे छाती दी प्रॉब्लम है, जारी यीशु मसीह नाल, आउट टच फ्री इन द नेम, जिन्हें बैक प्रॉब्लम जारी यीशु मसीह, सर्वाइकल प्रॉब्लम जारी यीशु मसीह दे नाल। मैं प्रार्थना करदा खुदा ऑन दी स्पॉट हील हो, चंगे हो जाने यीशु मसीह। थैंक्स जीसस, थैंक यू यीशु, या तेरा धन्यवाद करो सारे, थैंक्स करो प्रभु दा, थैंक्स करो यीशु मसीह दा, हालेलुया हालेलुया। पिता आत्मा दा थैंक्स करो, पिता आत्मा जिन्हें भी तू अज कार्य कीते, तेरा धन्यवाद, सारी महिमा तेरे नाम में प्रभु यीशु मसीह। खुदा तू मेरी बेनती में सुने, यीशु मसीह के नाम च मिल के मंगदे हैं, आमीन। सब लो आमीन आमीन, हालेलुया हालेलुया। सब एक मन हो जाओ मेरे नाल, हालेलुया बोलो, थैंक्स करो। इस तो बाद फिर आराधना होएगी। असीं पहला अपने बीज की प्रार्थना करांगे। बाइबल देखिया, प्रभु की हजूरी च खाली हथ ना अपना 10वां हिस्सा प्रभु की हजूरी च लैके आओ, कि तुसीं परमेश्वर नूं सचमुच यहोवा जिन्हां कोल राशन नहीं है, ये जो बीज जिथे जिथे भी इस्तेमाल हो रहा है इन्हां जगह ते, सचमुच जिन्हें भी पिता मन खोल रहे हैं इन्हां दिनां च, जो भी पिता ਜਿਹੜੇ ਪਰਿਵਾਰ ਵਿਧਵਾ ਜਿੱਥੇ ਜਿਨ੍ਹਾਂ ਦੇ ਘਰਾਂ 'ਚ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਇਸ ਬੀਜ ਦੇ ਨਾਲ, ਸੱਚਮੁੱਚ ਯਾਦ ਕੀਤੇ ਜਾਣ ਯਹੋਵਾ। ਜਿਨ੍ਹਾਂ ਨੇ ਅੱਜ ਮਨ ਖੋਲਿਆ ਖੁਦਾ 100 ਗੁਣਾ ਵੰਡਣ। ਬਾਈਬਲ ਲਿਖਿਆ ਮੇਰੀ ਹਜ਼ੂਰੀ 'ਚ ਖਾਲੀ ਹੱਥ ਨਾ, ਆਪਣੇ ਸ਼ੁਕਰਨਾਮੇ ਦੀਆਂ ਭੇਟਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹੈ, ਪ੍ਰਭੂ ਦੇ ਕਲਾਮ ਉਹਦਾ ਵਚਨ 'ਚ ਲਿਖਿਆ ਪਰਮੇਸ਼ਵਰ ਨੇ ਆਪਣੇ ਵਚਨ 'ਚ ਕਿ ਮੇਰੀ ਹਜ਼ੂਰੀ 'ਚ ਖਾਲੀ ਹੱਥ ਨਾ। ਜਿਹੜਾ ਕਿਸਾਨ ਪੈਲ 'ਚ ਬੀਜਦੇ ਨੂੰ ਵੱਢਦਾ ਨਹੀਂ, ਅੱਜ ਜੋ ਵੀ ਬੀਜ ਰਹੇ ਹੋ ਤੁਸੀਂ ਸੱਚਮੁੱਚ 100 ਗੁਣਾ ਵੱਢੋਗੇ। ਔਰ ਮੇਰਾ ਵਿਸ਼ਵਾਸ ਤੁਹਾਡੇ ਲਈ ਕਾਸ਼ ਦੀਆਂ ਖਿੜਕੀਆਂ ਖੁੱਲ ਚੁੱਕੀਆਂ। ਪ੍ਰਭੂ ਸੱਚਮੁੱਚ ਇਹਨਾਂ ਨੂੰ ਯਾਦ ਕਰੀ, ਤੂੰ ਲੈਣ ਵਾਲਾ ਨਹੀਂ ਦੇਣ ਵਾਲਾ ਪਰਮੇਸ਼ਰ ਹੈ। ਯੀਸ਼ੂ ਦੇ ਨਾਮ 'ਚ ਮਿਲ ਕੇ ਮੰਗਦੇ ਹਾਂ, ਆਮੀਨ ਆਮੀਨ, ਹਾਲੇਲੂਇਆ ਹਾਲੇਲੂਇਆ। ਸਭ ਜਣ ਇੱਕ ਮਨ ਹੋ ਜਾਓ ਔਰ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਿ ਅੱਜ ਦਾ ਵਚਨ ਸਾਡੀ ਲਾਈਫ ਦੇ ਵਿੱਚ ਜਿੰਨੇ ਜਿੰਨੇ ਨੇ ਵੀ ਅੱਜ ਖੁਦ ਦੇ ਕਲਾਮ ਨੂੰ ਸੁਣਿਆ ਹੈ, ਪਰਮੇਸ਼ਰ ਦੇ ਵਚਨ ਨੂੰ ਸੁਣਿਆ ਹੈ, ਉਹਨਾਂ ਦੀ ਲਾਈਫ 'ਚ 100 ਗੁਣਾ ਫਲ ਹੈ ਯੀਸ਼ੂ ਦੇ ਨਾਮ 'ਚ, ਆਮੀਨ। ਤਾਂ ਇਸ ਤਰ੍ਹਾਂ ਇਹਨਾਂ ਦਿਨਾਂ 'ਚ ਅਸੀਂ ਜਿੰਨੇ ਵੀ ਲੋਕ ਪਰਮੇਸ਼ਰ ਵਾਸਤੇ ਮਨ ਖੁੱਲ੍ਹਣਾ ਚਾਹੁੰਦੇ ਆ, ਪਰਮੇਸ਼ਰ ਦੇ ਕੰਮ ਕਰਨਾ ਚਾਹੁੰਦੇ ਆ, ਜਿਸ ਤਰ੍ਹਾਂ
ਅਸੀਂ ਇਹ ਸਭ ਜਨ ਜਿਹੜੇ ਤੁਹਾਡੇ ਲਾਗੇ ਛਾਗੇ ਵੀ ਕੋਈ ਪਰਦੇਸੀ ਲੋਕ ਹੈ ਜਿਨ੍ਹਾਂ ਕੋਲ ਖਾਣ ਲਈ ਨਹੀਂ ਹੈ, ਉਹਨਾਂ ਨੂੰ ਜ਼ਰੂਰ ਦੇਣਾ। ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਕੋਲ ਜੋ ਵੀ ਹੈਗਾ ਉਹ 'ਚੋਂ ਤੁਸੀਂ ਦੇਣਾ ਹੈ। ਫਿਰ ਦੇਖਿਓ ਬਰਕਤ, ਵਚਨ ਪੂਰਾ ਕਰੋ, ਸੱਚਮੁੱਚ ਕਾਸ਼ ਦੀਆਂ ਖਿੜਕੀਆਂ ਖੁੱਲ੍ਹ ਜਾਣਗੀਆਂ। ਹਾਂ, ਜਿਹੜੇ ਇਸ ਮਿਨਿਸਟਰੀ ਨਾਲ ਖੜੇ ਹੋਣਾ ਚਾਹੁੰਦੇ ਆ, ਜਿਹੜੇ ਮੇਰੇ ਭੈਣ ਭਰਾ ਮੈਨੂੰ ਦੇਖ ਰਹੇ ਆ, ਉਹਨਾਂ ਨੂੰ ਇੱਕ WhatsApp ਨੰਬਰ ਦਿੱਤਾ ਜਾਏਗਾ, ਜਿਹਦੇ ਉੱਤੇ ਤੁਸੀਂ ਸਕਰੀਨ ਦੇ ਉੱਪਰ ਇਹ WhatsApp ਨੰਬਰ ਦੇਖ ਰਹੇ ਹੋ, ਇਹਦੇ ਉੱਤੇ ਤੁਸੀਂ ਆਪਣਾ ਮੈਸੇਜ ਦੇ ਸਕਦੇ ਹੋ। ਜੇ ਤੁਸੀਂ ਬੀਜਣਾ ਚਾਹੁੰਦੇ ਹੋ, ਤੁਹਾਨੂੰ ਅਕਾਊਂਟ ਨੰਬਰ ਦਿੱਤਾ ਜਾਏਗਾ ਬੈਂਕ ਦਾ। ਇਹ ਵੀ ਪਰਮੇਸ਼ਵਰ ਦੇ ਇਸ ਮਿਨਿਸਟਰੀ ਦੇ ਵਿੱਚ ਆਪਣਾ ਬੀਜ ਪਾਉਣਾ ਚਾਹੁੰਦੇ ਆ, ਬੀਜਣਾ ਚਾਹੁੰਦੇ ਆ, ਉਹ ਪਰਮੇਸ਼ਵਰ ਦਾ ਵਚਨ ਉਹਨਾਂ ਦੀ ਲਾਈਫ 'ਚ 100 ਗੁਣਾ ਫਲ ਲੈ ਕੇ ਆਏਗਾ। ਉਹ ਖੜੇ ਹੋ ਸਕਦੇ ਆ ਇਸ ਭਵਨ ਦੇ ਨਾਲ ਕਿ ਅਸੀਂ ਸਭ ਉਹਨਾਂ ਸੀਧਾ ਪਹੁੰਚ ਸਕੀਏ ਜਿਨ੍ਹਾਂ ਲੋਕਾਂ ਕੋਲ ਹੁਣ ਬਹੁਤ ਜ਼ਰੂਰਤ ਹੈ। ਇਹਨਾਂ ਦਿਨਾਂ ਦੇ ਵਿੱਚ ਬੜੀ ਜ਼ਰੂਰਤ ਹੈ ਉਹਨਾਂ ਨੂੰ। ਹਾਲੇਲੂਇਆ। ਔਰ ਅਸੀਂ ਸਭ ਜਨ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ। ਹੋਰ ਵੀ ਪਰਮੇਸ਼ਵਰ ਦੇ ਕੰਮ ਤੁਹਾਡੇ ਦੁਆਰਾ, ਜਿਸ ਤਰ੍ਹਾਂ ਤੁਸੀਂ ਮਨ ਖੋਲੋਗੇ, ਖੁਦਾ ਦੇ ਘਰ ਨੂੰ ਬਣਾਓਗੇ। ਜਿਸ ਤਰ੍ਹਾਂ ਭਵਨ ਦੇ ਵਿੱਚ ਹੁਣ ਅਸੀਂ ਪਲਾਨਿੰਗ ਕਰ ਰਹੇ ਹਾਂ ਜ਼ਮੀਨ ਦੇ ਬਾਰੇ। ਔਰ ਜਿਹੜੇ ਵੀ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ, ਆਉਣ ਵਾਲੇ ਦਿਨਾਂ 'ਚ ਜੋ ਪਰਮੇਸ਼ਵਰ ਦੇ ਨਾਲ ਖੜੇ ਹੋਣਗੇ ਪਰਮੇਸ਼ਵਰ ਦਾ ਘਰ ਬਣਾਉਣ ਲਈ, ਬਾਈਬਲ 'ਚ ਲਿਖਿਆ ਸੁਲੇਮਾਨ ਨੇ ਪਰਮੇਸ਼ਵਰ ਦਾ ਘਰ ਬਣਾਇਆ, ਤਾਂ ਪਰਮੇਸ਼ਵਰ ਨੇ ਸੁਲੇਮਾਨ ਦਾ ਵੀ ਆਪਣੇ ਤੋਂ ਵੱਡਾ ਘਰ ਬਣਾਇਆ। ਇਹਦਾ ਮਤਲਬ ਕਿ ਜੋ ਤੁਸੀਂ ਪਰਮੇਸ਼ਵਰ ਨੂੰ ਹਰਾ ਨਹੀਂ ਸਕਦੇ, ਤੁਸੀਂ ਪਰਮੇਸ਼ਵਰ ਨੂੰ ਹਰਾ ਨਹੀਂ ਸਕਦੇ। ਉਹ ਪਰਮੇਸ਼ਵਰ ਹੈ, ਮਤਲਬ ਜੋ ਤੂੰ ਬੀਜੂਗਾ ਮੈਂ ਤੈਨੂੰ 100 ਗੁਣਾ ਵਾਪਸ ਦਊਂਗਾ। ਤਾਂ ਅੱਜ ਅਸੀਂ ਪਰਮੇਸ਼ਵਰ ਦੀ ਹਮੇਸ਼ਾ ਮਨ ਨੂੰ ਖੋਲ੍ਹ ਕੇ ਰੱਖਣਾ ਹੈ, ਕਿਉਂਕਿ ਅਸੀਂ ਖੁਦਾ ਦਾ ਵਚਨ ਪੂਰਾ ਕਰਾਂਗੇ ਤਾਂ ਲਾਈਫ ਸਾਡੀ ਕੋਲ ਵਾਪਸ ਆਏਗਾ। ਨਹੀਂ, ਅੱਜ ਮੇਰਾ ਇਹ ਵਿਸ਼ਵਾਸ ਹੈ, ਜਿੰਨੇ ਵੀ ਬੀਜ ਰਹੇ ਆ, ਜਿਨ੍ਹਾਂ ਦਾ ਵੀ ਸ਼ੈਤਾਨ ਨੇ ਕੁਝ ਖੋਇਆ ਹੈ, ਜੋ ਗੁਆਚਿਆ, ਤੁਹਾਡਾ 7 ਗੁਣਾ ਤੁਹਾਨੂੰ ਮਿਲੇਗਾ ਯਿਸੂ ਮਸੀਹ ਦੇ ਨਾਲ। 7 ਗੁਣਾ ਮਿਲੇਗਾ ਯਿਸੂ ਮਸੀਹ ਦੇ ਨਾਲ, ਵਾਪਸ ਆਏਗਾ। ਜੋ ਸ਼ੈਤਾਨ ਨੇ ਤੁਹਾਡਾ ਚੁਰਾਇਆ 7 ਗੁਣਾ ਵਾਪਸ ਆਏਗਾ। ਆਮੀਨ। ਜਿਹੜੇ ਵੀ ਵਚਨ ਅੱਜ ਬੀਜ ਆਪਣੇ ਕੋਈ ਖੁਦਾ ਲਈ ਇਸ ਮਿਨਿਸਟਰੀ ਦੇ ਵਿੱਚ ਬੀਜ ਰਹੇ ਨੇ, ਕਿ ਅਸੀਂ ਵੀ ਰਾਸ਼ਨ ਦੇ ਵਿੱਚ ਵੀ ਤੁਹਾਡਾ ਹਿੱਸਾ ਜਾਏਗਾ। ਜਿੱਥੇ ਜਿੱਥੇ ਵੀ ਜ਼ਰੂਰਤ ਹੈ, ਵਿਧਵਾ ਨੂੰ ਜਾਂ ਕੁਝ ਵੀ, ਇਹਨਾਂ ਦਿਨਾਂ ਜਿਹੜੀ ਵੀ ਲੋੜ ਹੈ ਉਹ ਇਸ ਮਿਨਿਸਟਰੀ ਦੁਆਰਾ ਗੁਪਤ ਦਾਨ ਚੱਲ ਰਿਹਾ ਹੈ। ਇਸ ਲਈ ਅਸੀਂ ਕੋਈ ਵੀ ਪੇਜ ਦੇ ਉੱਪਰ ਅਕਾਊਂਟ ਨੰਬਰ ਨਹੀਂ ਦਿੱਤਾ, ਪਰ ਹੁਣ ਜ਼ਰੂਰਤ ਹੈ ਇਹਨਾਂ ਦਿਨਾਂ 'ਚ। ਜੇ ਕੋਈ ਮਨ ਖੋਲ੍ਹਣਾ ਚਾਹੁੰਦਾ ਹੈ ਸੱਚਮੁੱਚ ਖੁਦਾ ਦੇ ਬਚਨ ਲਈ, ਉਹ ਪਰਮੇਸ਼ਵਰ ਲਈ ਮਨ ਖੋਲ੍ਹੇ, ਉਹ ਕਿਸੇ ਇਨਸਾਨ ਲਈ ਮਨ ਨਾ ਖੋਲ੍ਹੇ। ਜਿਹੜੇ ਵੀ ਇਸ ਮਿਨਿਸਟਰੀ ਨਾਲ ਖੜੇ ਹੋਣਾ ਚਾਹੁੰਦੇ ਹੋ, ਇਹ ਜੋ ਨੰਬਰ ਆ ਰਿਹਾ ਸਕਰੀਨ ਨੰਬਰ, ਇਹਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ। ਤੁਹਾਨੂੰ ਅਕਾਊਂਟ ਨੰਬਰ ਬੈਂਕ ਦਾ ਦਿੱਤਾ ਜਾਏਗਾ, ਉੱਤੇ ਤੁਸੀਂ ਆਪਣਾ ਦਸਵੰਧ, ਸ਼ੁਕਰਨਾਮੇ ਦੀਆਂ ਭੇਟਾਂ ਭੇਜ ਸਕਦੇ ਹੋ। ਔਰ ਜਿੰਨੇ ਵੀ ਲੋਕ ਇਸ ਮਿਨਿਸਟਰੀ ਨਾਲ ਜੁੜੇ ਹੋਏ ਨੇ, ਉਹ ਆਪਣੇ ਦਸਵੰਧ, ਸ਼ੁਕਰਨਾਮੇ ਦੀਆਂ ਭੇਟਾਂ, ਜੋ ਵੀ ਬੀਜ ਆਪਣਾ ਸੰਭਾਲ ਕੇ ਰੱਖ ਸਕਦੇ ਆ, ਜਾਂ ਉਹ ਪ੍ਰੇ ਟਾਵਰ ਨੰਬਰ 'ਤੇ ਕਾਲ ਕਰ ਸਕਦੇ ਆ। ਇੱਕ ਦਿਨ ਅਸੀਂ ਰੱਖਿਆ ਹੈ, ਉਸ ਦਿਨ ਆ ਕੇ ਤੁਸੀਂ ਵਾਰੀ ਉਹ ਬੀਜ ਨੂੰ ਦੇ ਸਕਦੇ ਹੋ, ਕਿ ਖੁਦਾ ਦੇ ਕੰਮ ਚੱਲਦੇ ਰਹਿਣ, ਉਹਨਾਂ ਲੋਕਾਂ ਸਿੱਧਾ ਅਸੀਂ ਪਹੁੰਚ ਸਕੀਏ ਜਿਨ੍ਹਾਂ ਲੋਕਾਂ ਨੂੰ ਬੜੀ ਜ਼ਰੂਰਤ ਹੈ। ਔਰ ਇਹ ਪਰਮੇਸ਼ਵਰ ਵੱਲੋਂ ਆ। ਤੁਸੀਂ ਜਿਹੜੇ ਵੀ ਇਸ ਮਿਨਿਸਟਰੀ ਨਾਲ ਖੜੇ ਹੋਏ ਮੇਰੇ ਭੈਣ ਭਰਾ, ਪਰਮੇਸ਼ਵਰ ਦੇ ਚੁਣੇ ਹੋਏ ਬੇਟੇ ਬੇਟੀਆਂ, ਉਹ ਸਭ ਇਸ ਆਵਾਜ਼ ਨੂੰ ਮਨ ਤੋਂ ਲੈਣ, ਆਪਣੇ ਬੀਜ ਔਰ ਦਸਵੰਧਾਂ ਵਿੱਚ ਵਫਾਦਾਰ ਰਹਿਣਾ ਇਹਨਾਂ ਦਿਨਾਂ 'ਚ। ਔਰ ਤੁਹਾਡੇ ਘਰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਯਿਸੂ ਮਸੀਹ ਨਾਲ। ਜਿੰਨੇ ਵੀ ਮੈਨੂੰ ਪੂਰੇ ਦੇਸ਼ ਦੇ ਵਿੱਚੋਂ, ਪੂਰੇ ਜਗਤ ਦੇ ਵਿੱਚੋਂ ਦੇਖ ਰਹੇ ਆ, ਜੋ ਵੀ ਖੋਲ੍ਹਣਾ ਚਾਹੁੰਦੇ ਆਪਣੇ ਮਨ ਨੂੰ, ਬਾਈਬਲ ਲਿਖਿਆ ਤੁਸੀਂ ਜੇ ਗਰੀਬਾਂ ਨਾਲ ਖੜੇ ਹੋਗੇ ਤਾਂ ਪਰਮੇਸ਼ਵਰ ਕਹਿੰਦਾ ਤੁਸੀਂ ਮੈਨੂੰ ਉਧਾਰ ਦੇ ਰਹੇ ਹੋ, ਮੈਂ ਤੁਹਾਨੂੰ ਵਾਪਸ ਕਰੂੰਗਾ। ਔਰ ਜਿੰਨੇ ਵੀ ਲੋਕ ਇਸ ਮਿਨਿਸਟਰੀ ਜੋ ਇੱਥੇ, ਜੋ ਸਾਡੇ ਦੁਆਰਾ ਖੁਦਾ ਬਚਾਉਣਾ ਚਾਹੁੰਦਾ, ਜਿਨ੍ਹਾਂ ਰੂਹਾਂ ਕੋਲੇ ਜਾਣਾ ਚਾਹੁੰਦਾ ਹੈ, ਖਾਣਾ ਜਾਂ ਕੋਈ ਵੀ ਜ਼ਰੂਰਤ ਜਿਨ੍ਹਾਂ ਦੀ ਖੁਦਾ ਪੂਰੀ ਕਰਨਾ ਚਾਹੁੰਦਾ, ਜਿਹੜੇ ਇਸ ਮਿਨਿਸਟਰੀ ਦੇ ਨਾਲ ਖੜੇ ਹੋਣਗੇ, ਉਹ ਦੇਖਣਗੇ ਤੁਹਾਡੀ ਲਾਈਫ ਬਦਲ ਜਾਏਗੀ। ਔਰ ਤੁਹਾਡੇ ਮਸਾ ਤੁਹਾਡੇ ਉੱਪਰ ਠਹਿਰੇਗਾ, ਤੁਹਾਡੇ ਰਸਤਿਆਂ ਨੂੰ ਖੋਲ੍ਹੇਗਾ ਯਿਸੂ ਮਸੀਹ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਬਿਜ਼ਨਸ ਨੂੰ ਬਲੈਸ ਕਰੇਗਾ। ਹਾਲੇਲੂਇਆ। ਹਾਂ, ਇੱਕ ਚੀਜ਼ ਮੈਂ ਅੱਜ ਵੀ ਬੋਲਣਾ ਚਾਹੁੰਦਾ ਹਾਂ ਕਿ ਇੱਕ ਇਹ ਨੰਬਰ ਜਿਹੜਾ ਸਕਰੀਨ ਦੇ ਉੱਪਰ ਦਿੱਤਾ ਜਾ ਰਿਹਾ ਹੈ, ਜਿਹੜੇ ਵੀ ਕਰੋਨਾ ਵਾਇਰਸ ਦੇ ਪੇਸ਼ੈਂਟ ਹੈ, ਉਹਨਾਂ ਲਈ ਸਪੈਸ਼ਲ ਪ੍ਰਾਰਥਨਾ ਕਰ ਰਿਹਾ ਇਹਨਾਂ ਦਿਨਾਂ 'ਚ। ਉਹ ਪਹਿਲਾਂ ਆਪਣੀ ਰਿਪੋਰਟ ਭੇਜਣਗੇ, ਮੇਰੀ ਟੀਮ ਸਾਰੀ ਉਹ ਚੈੱਕ ਕਰੇਗੀ। ਇਹ ਟੀਮ ਕੋ ਨੰਬਰ ਹੁੰਦਾ ਹੈ ਸਾਰਾ, ਜੋ ਵੀ ਟੀਮ ਹੈ ਉਹ ਸਭ ਚੈੱਕ ਕਰੇਗੀ। ਜਿਨ੍ਹਾਂ ਨੂੰ ਕਰੋਨਾ ਵਾਇਰਸ, ਉਹਨਾਂ ਦੀ ਰਿਪੋਰਟ ਜਦੋਂ ਆਏਗੀ ਉਹਨਾਂ ਨਾਲ ਮੇਰੀ ਗੱਲ ਕਰਵਾਈ ਜਾਏਗੀ, ਔਰ ਉਹ ਹੀਲ ਹੋਣਗੇ ਯਿਸੂ ਮਸੀਹ ਨੂੰ, ਗਵਾਹੀਆਂ ਲਾਉਣਗੇ। ਕੋਈ ਵੀ ਮੈਨੂੰ ਦੇਖ ਰਿਹਾ ਅੱਜ, ਜਿਹੜੇ ਕਰੋਨਾ ਵਾਇਰਸ ਦੇ ਪੇਸ਼ੈਂਟ ਨੇ, ਸਪੈਸ਼ਲ ਉਹਨਾਂ ਲਈ ਇਹ ਨੰਬਰ ਹੈ। ਸਿਰਫ ਉਹ ਰਿਪੋਰਟ ਸੈਂਡ ਕਰਨਗੇ ਤਦ ਹੀ ਉਹਨਾਂ ਨੂੰ ਕਾਲ ਵਾਪਸ ਆਏਗੀ, ਔਰ ਉਹ ਸੱਚਮੁੱਚ ਖੁਦ ਮੇਰੇ ਦੁਆਰਾ ਪ੍ਰਾਰਥਨਾ ਹੋਏਗੀ ਉਹਨਾਂ ਵਾਸਤੇ। ਹਾਲੇਲੂਇਆ। ਔਰ ਰਿਜ਼ਲਟ ਤੁਸੀਂ ਦੇਖੋਗੇ, ਕੋਈ ਵੀ ਕਿਉਂ ਨਹੀਂ ਹੈ ਕਰੋਨਾ ਵਾਇਰਸ ਦਾ ਮਰੀਜ਼, ਤੁਸੀਂ ਆਪਣੀ ਰਿਪੋਰਟ ਭੇਜੋ, ਤੁਹਾਡੇ ਲਈ ਪ੍ਰਾਰਥਨਾ ਹੋਏਗੀ, ਤੁਸੀਂ ਗਵਾਹੀ ਦਿਓਗੇ ਯਿਸੂ ਮਸੀਹ ਨੂੰ। ਇਹ ਮੇਰਾ ਵਿਸ਼ਵਾਸ ਹੈ। ਖੁਦਾ ਤੁਹਾਨੂੰ ਬਲੈਸ ਕਰੇ, ਸੰਭਾਲ ਕੇ ਪ੍ਰਭੂ। ਜਿਨ੍ਹਾਂ ਨੇ ਵਚਨ ਸੁਣਿਆ 100 ਗੁਣਾ ਫਲ, ਸ਼ੈਤਾਨ ਚੁਰਾ ਨਾ ਸਕੇ, ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਤੋ 2-4 ਮਿੰਟ ਦੀ ਆਰਾਧਨਾ, ਜਿੰਨੇ ਨੇ ਧੰਨਵਾਦ ਕੀਤਾ ਹੈ, ਆਰਾਧਨਾ ਕਰੋ। ਆਪਾਂ ਸਭ ਆਰਾਧਨਾ ਕਰਾਂਗੇ। ਖੁਦਾ ਤੁਹਾਨੂੰ ਬਲੈਸ ਕਰੇ। ਸਭ ਇੱਕ ਮਨ ਹੋ ਜਾਓ, ਆਰਾਧਨਾ ਕਰੋ, ਸਭ ਬਲੈਸ ਕਰੋ। ਆਮੀਨ। प्यार यीशु दा अनमोल, प्यार यीशु दा अनमोल, तू हर दम यीशु 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 बोल।
तू हरदम यसु 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 हो सूली उत्ते खून दिता डो सूली उत्ते खून दिता डो तू हरदम यसु 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 हो तू हरदम यसु 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 हो तू हरदम यसु 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 हो तू हरदम प्यार यसु दायने मो प्यार यसु दायने मो तू हरदम यसु 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 हो तू हरदम यसु 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 हो सूली